ਮੁੰਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜਿੰਨੀਆਂ ਵੀ ਸੰਗਤਾਂ ਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋਈਆਂ ਹੋ ਪਿਆਰ ਦੇ ਨਾਲ ਦੋਵੇਂ ਹੱਥ ਜੋੜੋ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਵੱਡੀ ਵਡਿਆਈ ਆਪ ਜੀ ਸਰਵਣ ਕਰ ਰਹੇ ਹੋ। ਲਾਹੌਰ ਦੇ ਵਿੱਚ ਗੁਰੂ ਜੀ ਦਾ ਹੁਕਮ ਮੰਨ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਗਏ ਹੈ ਜੀ। ਪਰ ਗੁਰੂ ਅਰਜਨ ਦੇਵ ਜੀ ਦੀ ਬੈਰਾਗ ਵਾਲੀ ਅਵਸਥਾ ਆਪ ਜੀ ਨੇ ਸਰਵਣ ਕੀਤੀ ਹੈ। ਕਿਵੇਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਅਜੇ ਉਦੋਂ ਗੁਰਤਾ ਗੱਦੀ 'ਤੇ ਨਹੀਂ ਸੀ ਸੁਭਾਏਮਾਨ ਹੋਏ ਅਤੇ ਮਹਾਰਾਜ ਰੋਮ ਰੋਮ ਕਰਕੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਦੇ ਹੈ ਜੀ। ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੇਤੇ ਕਰਦੇ ਹੈ। ਕਵੀ ਸੰਤੋਖ ਸਿੰਘ ਜੀ ਦੱਸਦੇ ਹੈ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦੀ ਚਿੱਠੀ ਉਡੀਕ ਰਹੇ ਹੈ। ਮਹਾਰਾਜ ਮੈਨੂੰ ਕਦੋਂ ਸੱਦਣਗੇ, ਸੱਚੇ ਪਾਤਸ਼ਾਹ ਮਹਾਰਾਜ ਕਦੋਂ ਸੁਨੇਹਾ ਭੇਜਣਗੇ, ਕਦੋਂ ਅਸੀਂ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਜਾਵਾਂਗੇ। ਇਹ ਕਥਾ ਤੁਸੀਂ ਸੁਣੀ ਜੀ, ਮਹਾਰਾਜ ਜੀ ਦੀ ਬੈਰਾਗ ਵਾਲੀ ਕਥਾ ਸੁਣੀ। ਉਹਦੇ ਤੋਂ ਅੱਗੇ ਤੁਸੀਂ ਪ੍ਰਸੰਗ ਸੁਣਿਆ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਭਾਈ ਤੀਰਥਾ ਸੱਭਰਵਾਲ ਆਇਆ ਜੀ। ਭਾਈ ਤੀਰਥਾ ਜੀ ਬੜੇ ਬੜੇ ਧਾਰਮਿਕ ਪੁਰਸ਼ਾਂ ਨੂੰ ਮਿਲੇ ਸਨ, ਪਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਆਖਿਆ ਮਹਾਰਾਜ ਮੈਂ ਹੋਰਨਾਂ ਪੁਰਸ਼ਾਂ ਕੋਲ ਵੀ ਬੜਾ ਗਿਆ, ਪਰ ਜਦੋਂ ਆਪ ਜੀ ਦੇ ਬਚਨ ਸੁਣੀਦੇ ਆ ਨਾ ਗੁਰੂ ਰਾਮਦਾਸ ਜੀ ਮੇਰੇ ਮਨ ਨੂੰ ਚੈਨ ਪਹੁੰਚਦਾ ਹੈ, ਮੇਰੇ ਮਨ ਨੂੰ ਸੁੱਖ ਪਹੁੰਚਦਾ। ਉਹਦਾ ਕਾਰਨ ਪਤਾ ਕੀ ਹੈ? ਬੋਲਣ ਵਾਲੇ ਦੀ ਕਮਾਈ ਹੋਵੇ ਉਹਦੇ ਬੋਲ ਜਿਹੜੇ ਆ ਉਹ ਹਿਰਦੇ ਠੰਡੇ ਕਰਨਗੇ। ਮਹਾਰਾਜ ਜਦੋਂ ਮੈਂ ਆਪ ਜੀ ਦੇ ਮੁਖੋਂ ਬਚਨ ਸੁਣਦਾ ਮੇਰੇ ਮਨ ਨੂੰ ਚੈਨ ਪਹੁੰਚਦਾ ਹੈ। ਮਹਾਰਾਜ ਕੋਈ ਉਪਦੇਸ਼ ਦਿਓ। ਗੁਰੂ ਰਾਮਦਾਸ ਸਾਹਿਬ ਜੀ ਨੇ ਭਾਈ ਤੀਰਥਾ ਜੀ ਨੂੰ ਉਪਦੇਸ਼ ਦਿੱਤਾ, ਭਾਈ ਤੀਰਥਾ ਜੀ ਸੱਚ ਬੋਲਣਾ ਬੜਾ ਵੱਡਾ ਜਪ ਤਪ ਹੈ। ਸੱਚ ਬੋਲਣ ਵਾਲਾ ਬੰਦਾ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ, ਪਰ ਸੱਚ ਵਿੱਚ ਵੀ ਭੇਦ ਹੈਗਾ। ਕਿਸੇ ਦੀ ਜਾਨ ਬਚਾਉਣ ਵਾਸਤੇ ਕਿਸੇ ਦੇ ਭਲੇ ਵਾਸਤੇ ਝੂਠ ਵੀ ਬੋਲਿਆ ਜਾਵੇ ਤਾਂ ਸੱਚ ਦੇ ਬਰਾਬਰ ਹੈ। ਕੱਲ ਤੁਸੀਂ ਕਥਾ ਸੁਣੀ ਜਿਹੜੀ ਗੁਰੂ ਰਾਮਦਾਸ ਜੀ ਨੇ ਸੁਣਾਈ। ਸੱਚ ਵੀ ਕਿਸੇ ਦਾ ਕੰਮ ਵਿਗਾੜਨ ਵਾਸਤੇ ਸੱਚ ਨਹੀਂ ਬੋਲਣਾ। ਹਾਂਜੀ, ਜਾਣ ਬੁੱਝ ਕੇ ਕਿਸੇ ਦਾ ਕੰਮ ਵਿਗਾੜਨਾ ਹੋਵੇ ਤੇ ਸੱਚ ਬੋਲੋ।
ਉਹ ਸੱਚ ਗੁਰੂ ਘਰ ਵਿੱਚ ਪ੍ਰਮਾਣ ਨਹੀਂ ਹੈਗਾ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੱਚ ਬੋਲਣ ਵਿੱਚ ਵੀ ਭੇਦ ਹੈ। ਕੱਲ ਤੁਸੀਂ ਸਾਰੀ ਕਥਾ ਸੁਣੀ ਸੀ। ਅੱਗੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਿਹੜੇ ਸਿੱਖ ਹੁੰਦੇ ਆ ਆਪਾਂ ਕਥਾ ਸੁਣਨੀ ਹੈ। ਮਹਾਰਾਜ ਗੁਰੂ ਰਾਮਦਾਸ ਜੀ ਕਦੀ ਤੇ ਅੰਮ੍ਰਿਤਸਰ ਆ ਜਾਂਦੇ ਆ, ਕਦੀ ਮਹਾਰਾਜ ਗੋਇੰਦਵਾਲ ਸਾਹਿਬ ਚਲੇ ਜਾਂਦੇ ਆ। ਬੇਅੰਤ ਹਜ਼ਾਰਾਂ ਸਿੱਖ ਸੰਗਤਾਂ ਹਰ ਰੋਜ਼ ਗੁਰੂ ਜੀ ਦੇ ਆ ਕੇ ਦਰਸ਼ਨ ਕਰ ਰਹੀਆਂ ਨੇ। ਬੜਾ ਵੱਡਾ ਗੁਰੂ ਰਾਮਦਾਸ ਜੀ ਦਾ ਪ੍ਰਤਾਪ ਹੈ, ਜਾਹੋ ਜਲਾਲ ਹੈ। ਹੁਣ ਅੱਗੋਂ ਮਹਾਰਾਜ ਜੀ ਦੀ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਿਸ਼ਨ ਦਾਸ ਮਾਣਕ ਚੰਦ ਪੂਰੋ, तीनों आए गुरु हजूरो। ਇਹ ਪੰਕਤੀ ਵਿੱਚ ਸੰਗਤ ਜੀ ਤੁਸੀਂ ਤਿੰਨ ਜਣਿਆਂ ਦਾ ਨਾਮ ਸੁਣਿਆ ਜੀ। ਬਿਸ਼ਨ ਦਾਸ, ਮਾਣਕ ਚੰਦ, ਪੂਰੋ, तीनों आए गुरु हजूरो। ਭਾਈ ਬਿਸ਼ਨ ਦਾਸ ਜੀ, ਭਾਈ ਮਾਣਕ ਚੰਦ ਜੀ ਤੇ ਭਾਈ ਪੂਰੋ ਜੀ, ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੈ। ਕੌਣ ਕੌਣ ਜੀ? ਭਾਈ ਬਿਸ਼ਨ ਦਾਸ ਜੀ, ਭਾਈ ਮਾਣਕ ਚੰਦ ਜੀ ਤੇ ਭਾਈ ਪੂਰੋ ਜੀ। ਹਾਂਜੀ। ਚਰਨ ਕਮਲ ਪਰ ਕਰਿਓ ਪ੍ਰਣਾਮ। ਆ ਕੇ ਇਹਨਾਂ ਨੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਆਪ ਜੀ ਵੀ ਟੇਕੋ। ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਮਹਾਰਾਜ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬੈਠ ਕਰਿਓ ਦਰਸ਼ਨ ਅਭਿਰਾਮ। ਆਏ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਸਨ। ਇਹਨਾਂ ਨੇ ਵੀ ਆ ਕੇ ਦਰਸ਼ਨ ਕਰਕੇ ਬੈਠਣਾ ਕੀਤਾ ਜੀ। ਜਦੋਂ ਬੈਠੇ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਦਰਸ਼ਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਹੱਥ ਜੋੜ ਕਰ ਅਰਜ਼ ਗੁਜ਼ਾਰੀ। ਫਿਰ ਇਹਨਾਂ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਕਦੀ ਵੀ ਮਹਾਰਾਜ ਨਾਲ ਗੱਲ ਕਰਨੀ ਹੱਥ ਜੋੜ ਕੇ ਕਰਨੀ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ, ਹੱਥ ਜੋੜ ਕੇ ਤਿੰਨਾਂ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਜੀ। ਜਨਮ ਮਰਨ ਤੇ ਲਿਹੋ ਉਬਾਰੀ। ਸੱਚੇ ਪਾਤਸ਼ਾਹ, ਜਨਮ ਮਰਨ ਦਾ ਬੜਾ ਵੱਡਾ ਦੁੱਖ ਹੈ, ਇਹ ਅਸੀਂ ਸੁਣਿਆ ਮਹਾਰਾਜ। ਤੇ ਸੰਗਤ ਜੀ ਇੱਕ ਵਾਰੀ ਜੰਮਣਾ ਮਰਨਾ ਨਹੀਂ ਪੈਂਦਾ, ਜੰਮਣਾ ਮਰਨਾ ਬਹੁਤ ਵਾਰ ਪੈਂਦਾ ਜੀ। ਹਾਂਜੀ। ਤਿੰਨਾਂ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਸਾਨੂੰ ਜਨਮ ਤੇ ਮਰਨ ਦੇ ਚੱਕਰ ਤੋਂ ਬਚਾ ਲਓ ਮਹਾਰਾਜ। ਹਾਂਜੀ। ਸਹਿਤ ਕੁਟੰਬ ਹੋਏ ਕਲਿਆਣੇ। ਤੇ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਡਾ ਵੀ ਭਲਾ ਹੋਵੇ ਤੇ ਪਰਿਵਾਰ ਸਮੇਤ ਸਾਡਾ ਕਲਿਆਣ ਹੋ ਜਾਵੇ, ਸਾਡਾ ਭਲਾ ਹੋ ਜਾਵੇ। ਕਲਿਆਣ ਪਤਾ ਕਿਹਨੂੰ ਕਹਿੰਦੇ ਜੀ? ਜੀਂਦਿਆਂ ਜੀ ਵੀ ਭਲਾ ਹੋਣਾ ਤੇ ਮਰਨ ਤੋਂ ਬਾਅਦ ਵੀ ਭਲਾ ਹੋਣਾ ਜੀ, ਉਹਨੂੰ ਕਹਿੰਦੇ ਕਲਿਆਣ। ਸੱਚੇ ਪਾਤਸ਼ਾਹ ਸਾਡਾ ਤੇ ਸਾਡੇ ਪਰਿਵਾਰ ਦਾ ਕਲਿਆਣ ਹੋ ਜਾਵੇ। ਅਸ ਕੀਜੈ ਉਪਦੇਸ਼ ਮਹਾਨੇ। ਐਸਾ ਉਪਦੇਸ਼ ਦਿਓ ਮਹਾਰਾਜ ਸਾਨੂੰ, ਐਸਾ ਉਪਦੇਸ਼ ਦਿਓ। ਹਾਂਜੀ। ਕਰਿਓ ਵਾਕ ਤਬ ਸ਼੍ਰੀ ਗੁਰਦੇਵਾ। ਤੇ ਧੰਨ ਗੁਰੂ ਰਾਮਦਾਸ ਸਾਹਿਬ ਕਹੋ ਪ੍ਰੇਮ ਨਾਲ ਸਾਰੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਹ ਬਚਨ ਸੁਣਾਏ ਜਿਨ੍ਹਾਂ ਦੇ ਨਾਲ ਜੀਂਦਿਆਂ ਜੀ ਵੀ ਭਲਾ ਹੋਏਗਾ ਤੇ ਮਰਨ ਤੋਂ ਬਾਅਦ ਵੀ ਹੋਏਗਾ ਜੀ। ਆਪਾਂ ਵੀ ਸੁਣਨੇ ਆ, ਕੋਸ਼ਿਸ਼ ਕਰਨੇ ਆ, ਕਮਾਉਣੇ ਵੀ ਆ। ਹਾਂਜੀ। ਕਰੋ ਆਪ ਗੁਰ ਸਿੱਖਨ ਸੇਵਾ। ਮਹਾਰਾਜ ਕਹਿਣ ਲੱਗੇ ਭਾਈ ਬਿਸ਼ਨ ਦਾਸ, ਮਾਣਕ ਚੰਦ ਤੇ ਪੂਰੋ, ਆਪਣੀ ਜ਼ਿੰਦਗੀ ਦਾ ਪੱਕਾ ਪ੍ਰਣ ਬਣਾ ਲਓ, ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ ਹੈ। ਪੱਕਾ ਪ੍ਰਣ ਬਣਾ ਲਓ ਕਹਿਣ ਲੱਗੇ। ਹਾਂਜੀ। ਬਨਤਾ ਸੁਤ ਤਨੁਜਾ ਸਿਖਰਾਵੋ। ਫਿਰ
ਜਿੱਥੇ ਆਪ ਕਰਨੀ ਹੈ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਪਰਿਵਾਰ ਦਾ ਵੀ ਕਲਿਆਣ ਹੋਵੇ ਤੇ ਮਹਾਰਾਜ ਕਹਿੰਦੇ ਆਪਣੇ ਪਰਿਵਾਰ ਵਿੱਚ ਵੀ ਇਹ ਗੱਲ ਪੱਕੀ ਕਰ ਦਿਓ। ਕੀ? ਗੁਰਸਿੱਖਾਂ ਦੀ ਸੇਵਾ ਕਰਨੀ। ਆਪਣੀ ਪਤਨੀ ਨੂੰ ਸਮਝਾਓ, ਆਪਣੇ ਪੁੱਤਰ ਨੂੰ, ਆਪਣੀ ਪੁੱਤਰੀ ਨੂੰ ਇਹ ਗੱਲ ਸਮਝਾ ਦਿਓ ਵੀ ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ ਹੈ। ਹਾਂਜੀ, ਕਹਿ ਤਿਨ ਤੇ ਸੇਵਾ ਕਰਵਾਵੋ। ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਆਪ ਵੀ ਕਰੋ, ਆਪਣੇ ਪਰਿਵਾਰ ਨੂੰ ਕਹਿ ਕੇ ਸੇਵਾ ਕਰਵਾਓ, ਕਹਿ ਕੇ ਸੇਵਾ ਕਰਾਓ। ਤੁਸੀਂ ਸਾਖੀ ਸੁਣੀ ਸੀ ਨਾ, ਗੁਰੂ ਰਾਮਦਾਸ ਸਾਹਿਬ ਨੇ ਪਿੱਛੇ ਦੇ ਸਿੱਖਾਂ ਨੂੰ ਸਾਖੀ ਸੁਣਾਈ ਸੀ। ਸਿੱਖੋ, ਜੇ ਪੰਛੀਆਂ ਦੀ ਸੇਵਾ ਕਰਨ ਵਾਲੇ ਦਾ ਭਲਾ ਹੋ ਸਕਦਾ ਤੇ ਗੁਰੂ ਦੇ ਸਿੱਖਾਂ ਦੀ ਜਿਹੜਾ ਸੇਵਾ ਕਰੇਗਾ ਉਹਦਾ ਕਿਉਂ ਨਹੀਂ ਭਲਾ ਹੋਏਗਾ ਜੀ। ਉਹ ਸਾਖੀ ਤੁਸੀਂ ਸੁਣੀ ਸੀਗੀ ਜੀ। ਹੰਸ ਆਏ, ਉਹਨਾਂ ਨੇ ਕਿਵੇਂ ਲਾਲ ਜਿਹੜੇ ਆ ਉਹ ਉਗਾਲ ਕੇ ਉੱਥੇ ਰੱਖ ਦਿੱਤੇ ਜੀ। ਮਹਾਰਾਜ ਕਹਿੰਦੇ ਸਿਖਾਓ, ਸਿਖਾਓ। ਕਈ ਵਾਰੀ ਬੰਦੇ ਆਪ ਤੇ ਬੜੇ ਪ੍ਰੇਮੀ ਹੁੰਦੇ ਆ, ਪਰ ਉਹਨਾਂ ਦੀ ਪਤਨੀ, ਪੁੱਤਰ, ਧੀ ਜਿਹੜੇ ਆ ਉਹ ਸਿੱਖਾਂ ਦੀ ਸੇਵਾ ਕਰਕੇ ਰਾਜੀ ਨਹੀਂ ਹੁੰਦੇ ਜੀ। ਮਹਾਰਾਜ ਕਹਿੰਦੇ ਸਾਰੇ ਪਰਿਵਾਰ ਨੂੰ ਸਿਖਾਓ। ਹਾਂਜੀ, ਲਖੋ ਵਾਹਿਗੁਰੂ ਕੇ ਹਮਦਾਸ। ਸੇਵਾ ਕਰਦਿਆਂ ਕਰਦਿਆਂ ਮਨ ਵਿੱਚ ਕੀ ਧਾਰਨਾ ਹੈ ਜੀ, ਇਹ ਵੀ ਗੱਲ ਬੜੀ ਜ਼ਰੂਰੀ ਹੈ। ਹਾਂਜੀ, ਕਈ ਬੰਦੇ ਲੰਗਰ ਛਕਾਉਂਦੇ ਆ, ਉਹ ਪਤਾ ਕੀ ਸਮਝਦੇ? ਸਾਡਾ ਲੰਗਰ ਹੈ। ਹਾਂਜੀ, ਸਾਡਾ ਲੰਗਰ ਨਹੀਂ ਪਿਆਰਿਓ, ਲੰਗਰ ਬੰਦੇ ਦਾ ਨਹੀਂ ਹੁੰਦਾ, ਲੰਗਰ ਗੁਰੂ ਦਾ ਹੁੰਦਾ ਹੈ ਜੀ। ਹਾਂਜੀ, ਜੇ ਬੰਦੇ ਦਾ ਹੈ ਨਾ ਫਿਰ ਉਹ ਮੁੱਕ ਜਾਏਗਾ ਜੀ। ਗੁਰੂ ਕੇ ਲੰਗਰ ਅਟੁੱਟ ਵਰਤਦੇ ਹੈ। ਸਿੱਖਾਂ ਦੀ ਸੇਵਾ ਕਰਦਿਆਂ ਕਰਦਿਆਂ ਮਨ ਵਿੱਚ ਇਹ ਫੁਰਨਾ ਬਣਾਉਣਾ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨੌਕਰ ਹੈਗੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਹ ਗੱਲਾਂ ਬੜੀਆਂ ਕੀਮਤੀ, ਗੱਲ ਵੱਖਰੀ ਸਾਡੇ ਕੋਲ ਕਮਾਈ ਨਹੀਂ ਜਾਂਦੀ। ਇਹ ਗੱਲ ਇੱਕ ਦਿਨ ਇਹ ਭਾਵ ਰੱਖ ਕੇ ਸੇਵਾ ਕਰੋ ਵੀ ਅਸੀਂ ਗੁਰੂ ਦੇ ਨੌਕਰ ਹੈਗੇ ਆ ਜੀ। ਇੱਕ ਦਿਨ ਹੀ ਭਾਵ ਰੱਖ ਕੇ ਕਰ ਲਓ। ਉਸ ਇੱਕ ਦਿਨ ਦੀ ਕੀਤੀ ਸੇਵਾ ਨੇ ਤੁਹਾਨੂੰ ਬੜੀ ਤਰੱਕੀ ਦੇ ਦੇਣੀ ਜੀ। ਇੱਕ ਦਿਨ ਹੀ ਜੇ ਬੰਦਾ ਇਸ ਭਾਵਨਾ ਨਾਲ ਸੇਵਾ ਕਰ ਲੇ। ਫਿਰ ਪੜੋ ਪੰਗਤੀ। ਲਖੋ ਵਾਹਿਗੁਰੂ ਕੇ ਹਮਦਾਸ। ਮਹਾਰਾਜ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਵਾਹਿਗੁਰੂ ਦੇ ਨੌਕਰ ਸਮਝਣਾ ਜੀ। ਹਾਂਜੀ, ਤਿਮ ਸੁਤ ਸੁਤਾ ਦਾਸ ਗੁਰਪਾਸ। ਤੇ ਉਸੇ ਤਰ੍ਹਾਂ ਪੁੱਤਰ ਪੁੱਤਰੀ ਇਹ ਸਾਰਿਆਂ ਨੂੰ ਸਿਖਾਉਣਾ ਤੇ ਆਪਣੇ ਆਪ ਨੂੰ, ਪੁੱਤਰ ਧੀਆਂ, ਸਾਰੇ ਪਰਿਵਾਰ ਨੂੰ ਇਹ ਸਮਝਣਾ ਹੈ ਮੈਂ ਵੀ ਆਪਣੇ ਗੁਰੂ ਦਾ ਨੌਕਰ ਤੇ ਮੇਰਾ ਪਰਿਵਾਰ ਵੀ ਗੁਰੂ ਦਾ ਨੌਕਰ ਹੈ। ਐਸੇ ਸਿੱਖ ਹੋਏ ਹੈ। ਜੇ ਮੈਂ ਐਸੇ ਸਿੱਖਾਂ ਦਾ ਜ਼ਿਕਰ ਕਰਨ ਲੱਗਾ ਸੰਗਤ ਜੀ, ਸਮਾਂ ਬੜਾ ਲੱਗੇਗਾ। ਜਿਨ੍ਹਾਂ ਨੇ ਆਪ ਵੀ ਨੌਕਰ ਬਣ ਕੇ ਸੇਵਾ ਕੀਤੀ ਤੇ ਸਾਰੇ ਪਰਿਵਾਰ ਕੋਲੋਂ ਸੇਵਾ ਕਰਾਈ ਜੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਜੀ ਸ਼ਹੀਦ ਹੋਏ ਜੀ। ਉਹ ਜੀ ਪਰਿਵਾਰ ਦੇ ਬਹੁਤੇ ਜੀ ਸ਼ਹੀਦ ਨੇ। ਆਸੇ ਪਾਸੇ ਰਿਸ਼ਤੇਦਾਰੀ ਘਰ ਪਰਿਵਾਰ ਦੇ ਮਿਲਾ ਕੇ ਉਸ ਪਰਿਵਾਰ ਦੇ 52 ਜਣੇ ਸ਼ਹੀਦ ਹੋਏ ਆ। ਆਪਣੇ ਆਪ ਨੂੰ ਉਹਨਾਂ ਨੇ ਗੁਰੂ ਦਾ ਦਾਸ ਸਮਝ ਕੇ ਸੇਵਾ ਕੀਤੀ ਜੀ। ਆਪ ਵੀ ਇਹ ਗੱਲ ਦ੍ਰਿੜ ਕੀਤੀ, ਆਪਣੇ ਪੁੱਤਰਾਂ ਨੂੰ ਵੀ ਦ੍ਰਿੜ ਕਰਾਈ ਜੀ। ਸੰਮਣ ਤੇ ਮੂਸਣ ਦੀ ਸਾਖੀ ਤੁਸੀਂ ਸੁਣਦੇ ਹੋ। ਗੁਰੂ ਅਰਜਨ ਸਾਹਿਬ ਦੇ ਸਿੱਖ ਹੈ। ਸੰਮਣ ਪਿਓ ਹੈ, ਮੂਸਣ ਪੁੱਤ ਹੈ। ਪਿਆਰਿਓ, ਦੋਵਾਂ ਦੇ ਮਨ ਵਿੱਚ ਇਹ ਹੈ ਅਸੀਂ ਗੁਰੂ ਅਰਜਨ ਦੇਵ ਜੀ ਦੇ ਨੌਕਰ ਹਾਂ ਤੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰਨੀ ਹੈ ਜੀ। ਹਾਂਜੀ, ਇੱਕ ਸਿੱਖ ਨਹੀਂ, ਇਤਿਹਾਸ ਵਿੱਚ ਸਿੱਖਾਂ ਦਾ ਬੜਾ ਹੀ ਜ਼ਿਕਰ ਮਿਲਦਾ ਤੇ ਸੱਚ ਇਹ ਹੈ, ਐਸੇ ਗੁਰਸਿੱਖਾਂ ਨੂੰ ਹੱਥ ਜੋੜ ਕੇ ਧੰਨ ਕਹਿ ਦਿਓਗੇ ਨਾ, ਤੁਹਾਡੇ ਅੰਦਰ ਸਿੱਖੀ ਕਮਾਉਣ ਦਾ ਜਜ਼ਬਾ ਪੈਦਾ ਹੋ ਜਾਏਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਸਿਖਾਇਆ, ਪੁੱਤਰ ਮੈਂ ਇਸ ਘਰ ਦਾ ਨੌਕਰ ਹਾਂ, ਤੁਸੀਂ ਵੀ ਨੌਕਰ ਬਣ ਕੇ ਰਹਿਣਾ। ਹਾਂਜੀ, ਇਹ ਮੈਂ ਤਾਂ ਬੇਨਤੀ ਕਰਨ ਆ, ਗੁਰੂ ਰਾਮਦਾਸ ਜੀ ਦੇ ਬਚਨ ਹਵਾ ਵੇਲੇ ਨਹੀਂ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੇ ਆਪ ਨੂੰ ਦਾਸ ਸਮਝਣਾ। ਮੈਂ ਇੱਕ ਸਿੱਖ ਦਾ ਜ਼ਿਕਰ ਕਰਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਸਿੱਖ ਹੈ ਜੀ।
ਗੁਰੂ ਹਰਗੋਬਿੰਦ ਸਾਹਿਬ ਦਾ ਸੁਨੇਹਾ ਪਹੁੰਚਿਆ ਜੀ, ਬਲਖ ਬੁਖਾਰੇ ਦਾ ਉਹ ਰਹਿਣ ਵਾਲਾ। ਮਹਾਰਾਜ ਦਾ ਸੁਨੇਹਾ ਪਹੁੰਚਿਆ ਵੀ ਵਧੀਆ ਘੋੜਾ ਸਿੱਖ ਆ ਰਿਹਾ, ਇਹਦੇ ਕੋਲ ਮਾਇਆ ਲਓ, ਵਧੀਆ ਘੋੜਾ ਖਰੀਦ ਕੇ ਅੰਮ੍ਰਿਤਸਰ ਭੇਜਣਾ ਹੈ। ਪਿਆਰਿਓ, ਸਿੱਖ ਘੋੜਾ ਲੈਣ ਤੁਰਿਆ, ਕਾਬਲ ਚੋਂ ਘੋੜਾ ਲੈਣ ਜਾਣਾ ਸੀਗਾ। ਕਾਬਲੀ ਘੋੜੇ ਬੜੇ ਪ੍ਰਸਿੱਧ ਸਨ। ਤੇ ਅਜੇ ਤੁਰਿਆ ਹੀ ਹੈ ਤੇ ਰਸਤੇ ਵਿੱਚ ਖਬਰ ਮਿਲ ਗਈ, ਤੁਹਾਡਾ ਪੁੱਤਰ ਬਹੁਤ ਬਿਮਾਰ ਹੈ, ਵਾਪਸ ਆ ਜਾਓ। ਉਹਨੇ ਸੁਨੇਹਾ ਭੇਜਿਆ, ਕਹਿਣ ਲੱਗਾ ਮੇਰੀ ਪਤਨੀ ਨੂੰ ਕਹੋ ਫਲਾਣੀ ਗੁੱਠ ਵਿੱਚ ਪੈਸੇ ਪਏ ਹੈ, ਉਹ ਪੈਸਿਆਂ ਦਾ ਇਲਾਜ ਕਰਾ ਲਿਆ ਪੁੱਤਰ ਦਾ। ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ, ਮੈਂ ਗੁਰੂ ਦਾ ਨੌਕਰ ਹਾਂ, ਮੇਰੇ ਵਾਸਤੇ ਇਹ ਜ਼ਰੂਰੀ ਹੈ ਵੀ ਮੈਂ ਪਹਿਲਾਂ ਗੁਰੂ ਦੀ ਆਗਿਆ ਮੰਨਾਂ। ਥੋੜਾ ਹੋਰ ਅੱਗੇ ਗਿਆ, ਸੁਨੇਹਾ ਮਿਲਿਆ, ਭਾਈ ਸਾਹਿਬ ਹੁਣ ਹੀ ਵਾਪਸ ਆ ਜਿਓ, ਪੁੱਤ ਚੜ੍ਹਾਈ ਕਰ ਗਿਆ। ਇੱਕੋ ਪੁੱਤ ਸੀਗਾ। ਕਹਿਣ ਲੱਗਾ ਫਿਰ ਮੇਰੀ ਘਰ ਵਾਲੀ ਨੂੰ ਇਹ ਕਹਿ ਦਿਓ ਗੁਰੂ ਦਾ ਹੁਕਮ ਮੰਨਣਾ ਜ਼ਰੂਰੀ ਹੈ, ਤੇ ਲੱਕੜਾਂ ਪਈਆਂ ਨੇ, ਪਰਿਵਾਰ ਨੂੰ ਨਾਲ ਲੈ ਕੇ ਪੁੱਤ ਦਾ ਸੰਸਕਾਰ ਕਰ ਦਿਓ, ਮੇਰੇ ਵਾਸਤੇ ਘੋੜਾ ਖਰੀਦਣਾ ਜ਼ਰੂਰੀ, ਗੁਰੂ ਦਾ ਹੁਕਮ ਹੈ। ਕਹਿਣ ਲੱਗਾ 6ਵੇਂ ਪਾਤਸ਼ਾਹ ਦਾ। ਉਹ ਸਿੱਖ ਬੜਾ ਹੈਰਾਨ ਹੋਇਆ ਜੀ, ਜਿਹੜਾ ਨਾਲ ਆਇਆ ਸੀਗਾ ਜੀ। ਹਾਂਜੀ, ਥੋੜਾ ਸਮੇਂ ਬਾਅਦ ਫਿਰ ਸੰਦੇਸ਼ ਆਇਆ ਵੀ ਅੰਤਮ ਕਿਰਿਆ ਕਰਨੀ ਹੈ। ਕਹਿਣ ਲੱਗਾ ਮੇਰੀ ਪਤਨੀ ਨੂੰ ਕਹੋ ਮਾਇਆ ਕਿਤੋਂ ਲੈ ਲੇ, ਉਹਦੀ ਅੰਤਮ ਕਿਰਿਆ ਕਰੇ, ਉਹ ਉੱਥੇ ਖਲੋ ਕੇ ਅਰਦਾਸ ਕਰੇ, ਮੈਂ ਇੱਥੇ ਖਲੋ ਕੇ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਉਹ ਤੇ ਚਾਲਾ ਮਾਰ ਗਿਆ, ਗੁਰੂ ਦੀ ਸੇਵਾ ਕਿਉਂ ਖੰਡਾਉਣੀ ਹੈ। ਇਹ ਸੱਚੀ ਘਟਨਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਹੈ, ਭਾਈ ਬਿਸ਼ਨ ਦਾਸ ਮਾਣਕ ਚੰਦ ਤੇ ਪੂਰੋ, ਆਪਣੇ ਆਪ ਨੂੰ ਵੀ ਗੁਰੂ ਦਾ ਨੌਕਰ ਸਮਝਣਾ ਤੇ ਪਰਿਵਾਰ ਨੂੰ ਵੀ ਕਹਿਣਾ ਅਸੀਂ ਗੁਰੂ ਦੇ ਨੌਕਰ ਹਾਂ। ਕੋਈ ਵੀ ਸਿੱਖ ਹੈ, ਕਿਸੇ ਵੱਡੀ ਪਦਵੀ ਤੇ ਹੈ, ਪਰ ਪਿਆਰਿਓ ਹੈ ਤੇ ਸਾਰੇ ਆਪਾਂ ਗੁਰੂ ਦੇ ਦਾਸ ਹੀ ਹੈ ਨਾ। ਹਾਂਜੀ, ਜਥਾ ਖਸਮ ਕੇ ਦਰ ਪਰ ਘੋਰਾ। ਵਾਹ ਵਾਹ, ਕਹੋ ਪ੍ਰੇਮ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਅੱਗੋਂ ਪ੍ਰਮਾਣ ਦਿੰਦੇ ਆ, ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ, ਜਿਵੇਂ ਕਿਸੇ ਮਾਲਕ ਦਾ ਘੋੜਾ ਹੁੰਦਾ ਜੀ, ਘੋੜਾ, ਹਾਂਜੀ, ਚਾਕਰ ਚੜ ਆਵੇ ਦੇ ਸ਼ੋਰਾ, ਨੌਕਰ ਉਹਨੂੰ ਚਾਰਾ ਖਵਾ ਕੇ ਫਰਾ ਕੇ ਤਰਾ ਕੇ ਮੁੜ ਮਾਲਕ ਦੇ ਘਰ ਬੰਨ ਦਿੰਦਾ ਜੀ। ਹਾਂਜੀ, ਤਬ ਸਭ ਚਿੰਤ ਖਸਮ ਕੋ ਹੋਏ, ਖਾਨ ਪਾਨ ਦੇ ਭੁੱਖ ਹੈ ਸੋਏ। ਨੌਕਰ ਦੀ ਚਿੰਤਾ ਮੁੱਕ ਜਾਂਦੀ ਹੈ, ਬਾਅਦ ਚੋਂ ਘੋੜੇ ਨੂੰ ਸਾਂਭਣ ਦੀ ਚਿੰਤਾ ਮਾਲਕ ਦੀ ਰਹਿੰਦੀ ਹੈ, ਮਾਲਕ ਦੀ ਹੁੰਦੀ ਹੈ। ਖਵਾਉਣਾ ਪਿਆਉਣਾ, ਉਹਦੀ ਪਾਲਣ ਪੋਸ਼ਣਾ ਫਿਰ ਮਾਲਕ ਕਰਦਾ ਜਿਹਦਾ ਘੋੜਾ ਹੈ। ਹਾਂਜੀ, ਤਿਮ ਆਪਣੋ ਸਗਰੋ ਪਰਿਵਾਰ। ਜਿਵੇਂ ਉਹ ਨੌਕਰ ਉਹ ਘੋੜਾ ਮਾਲਕ ਨੂੰ ਦੇ ਆਇਆ, ਇਸੇ ਤਰ੍ਹਾਂ ਸੌਂਪੈ ਹੈ ਸਤਿਗੁਰ ਕੇ ਦਰਬਾਰ। ਮਹਾਰਾਜ ਕਹਿਣ ਲੱਗੇ ਤੁਸੀਂ ਵੀ ਆਪਣਾ ਪਰਿਵਾਰ ਗੁਰੂ ਦੇ ਲੇਖੇ ਲਾ ਦਿਓ। ਜਿਵੇਂ ਮਾਲਕ ਘੋੜੇ ਦਾ ਧਿਆਨ ਰੱਖਦਾ, ਉਵੇਂ ਤੁਹਾਡੇ ਪਰਿਵਾਰ ਦਾ ਵੀ ਧਿਆਨ ਰੱਖੇਗਾ ਜੀ। ਬੜੀ ਵੱਡੇ ਭਰੋਸੇ ਦੀ ਗੱਲ 'ਚ ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ। ਕੌਣ ਹੈਗਾ ਜੀ ਜਿਹੜਾ ਸਭ ਪਰਿਵਾਰ ਚੜਾਇਆ ਬੇੜੇ, ਦੀਨ ਦਿਆਲ ਭਰੋਸੇ ਤੇਰੇ, ਕੌਣ ਹੈਗਾ ਜੀ। ਹਾਂਜੀ, ਇੱਥੇ ਬੰਦਾ ਸੋਚਦਾ ਜੇ ਮੈਂ ਨਾ ਗਿਆ ਤੇ ਰੋਟੀ ਨਹੀਂ ਪੱਕਣੀ ਘਰ ਦੀ। ਹਾਂਜੀ, ਪਤਾ ਨਹੀਂ ਕੀ ਬਣ ਜਾਏਗਾ। ਮਹਾਰਾਜ ਕਹਿੰਦੇ ਸੌਂਪ ਦਿਓ। ਤੁਸੀਂ ਸੁਣੀ ਨਾ ਸਿੱਖ ਦੀ ਗੱਲ, ਉਹਨੇ ਕਿਹਾ ਗੁਰੂ ਦਾ ਦਿੱਤਾ ਪੁੱਤ ਸੀਗਾ, ਜੇ ਚੜ੍ਹਾਈ ਕਰ ਗਿਆ ਤੇਰਾ ਮਤਲਬ ਇਹ ਥੋੜੀ ਵੀ ਸਤਿਗੁਰੂ ਦੀ ਸੇਵਾ ਹੀ ਛੱਡ ਦੇਣੀ ਹੈ। ਮਹਾਰਾਜ ਬੜੇ ਹੀ ਖੁਸ਼ ਹੋਏ ਜੀ ਉਸ ਸਿੱਖ ਤੇ, ਬਹੁਤ ਖੁਸ਼ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਛੱਡ ਦਿਓ ਪਰਿਵਾਰ ਗੁਰੂ ਦੇ ਭਰੋਸੇ ਤੇ। ਹਾਂਜੀ, ਤਜ ਹੈ ਆਪਨ ਪਨੋ ਤਿਨ ਤੇ ਘਨੋ। ਇਹ ਨਹੀਂ ਵੀ ਉਹਨਾਂ ਦਾ ਸਾਥ ਛੱਡ ਦੇਣਾ, ਨਹੀਂ। ਮਹਾਰਾਜ ਕਹਿੰਦੇ ਉਹਨਾਂ ਵਿੱਚੋਂ ਜਿਹੜੀ ਤੁਸੀਂ ਹਉਮੈ ਆਪਣਤ ਰੱਖੀ ਹੋਈ ਹੈ ਨਾ, ਮੇਰਾ ਮੇਰਾ ਮੈਂ ਨਾ ਕੀਤਾ ਤਾਂ ਇੰਝ ਹੋ ਜਾਏਗਾ, ਇਹ ਗੱਲ ਛੱਡ ਦਿਓ। ਪਿਆਰੇ ਹੋਏ ਵੀ ਸੱਚਾਈ ਹੈ,
ਜਦੋਂ ਸਭ ਕਿਸੇ ਨੇ ਸਰੀਰ ਛੱਡਣਾ, ਪਰਿਵਾਰ ਦਾ ਕੋਈ ਵੀ ਜੀ ਨਾਲ ਜਾਣ ਨੂੰ ਤਿਆਰ ਨਹੀਂ ਹੁੰਦਾ ਜੀ। ਕਿੱਥੇ ਜਾਂਦੀ ਹੈ ਪਣਤ ਜੀ ਉਦੋਂ? ਹਾਂਜੀ, ਜਾਣੇ ਤਰੀ ਮੇਲ ਗਨ ਮਨੋ। ਮਹਾਰਾਜ ਕਹਿਣ ਲੱਗੇ ਇਹੋ ਹੀ ਸਮਝੋ ਵੀ ਬੇੜੀ ਦਾ ਪੂਰ ਹੈ ਜੀ। ਹਾਂਜੀ, ਸਫਰ ਮੁੱਕਣਾ, ਉਤਰਨਾ ਪੈਣਾ ਜੀ। ਹਾਂਜੀ, ਤਬ ਸਤਿਗੁਰ ਕੋ ਪਰ ਹੈ ਲਾਜ। ਜਦੋਂ ਇਸ ਤਰੀਕੇ ਨਾਲ ਸੋਚੋਗੇ ਨਾ, ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਪਰਮੇਸ਼ਰ ਤੁਹਾਡੀ ਵੀ ਮਦਦ ਕਰੇਗਾ, ਤੁਹਾਡੇ ਪਰਿਵਾਰ ਦੀ ਵੀ ਕਰੇਗਾ ਜੀ। ਕੱਜ ਕੇ ਆਖੋ ਵਾਹਿਗੁਰੂ। ਪਰਮੇਸ਼ਰ ਤੁਹਾਡੀ ਵੀ ਕਿਰਪਾ ਕਰੇ, ਵਾਹਿਗੁਰੂ ਤੁਹਾਡੇ ਤੇ ਵੀ ਕਿਰਪਾ ਕਰੇਗਾ, ਤੁਹਾਡੇ ਪਰਿਵਾਰ ਤੇ ਵੀ ਕਰੇਗਾ ਜੀ। ਪਰ ਬੜੀ ਵੱਡੀ ਭਰੋਸੇ ਦੀ ਗੱਲ 'ਚ ਹਾਂਜੀ, ਬੰਦਾ ਸੋਚਦਾ ਹੈ ਇਹ ਮੇਰਾ ਪਰਿਵਾਰ ਹੈ, ਮੈਂ ਇਹਨਾਂ ਵਾਸਤੇ ਇੰਝ ਕਰ ਲਾਂ, ਇਹਨਾਂ ਵਾਸਤੇ ਇੰਝ ਕਰ ਲਾਂ। ਇਸੇ ਲਾਲਚ ਵਿੱਚ ਪੈ ਕੇ ਕਦੀ ਗੁਰੂ ਦੀ ਮਰਿਆਦਾ ਵੀ ਛੱਡ ਦਿੰਦਾ ਹੈ ਜੀ। ਮੈਂ ਇੱਕ ਨਿੱਕੀ ਜਿਹੀ ਘਟਨਾ ਕਹਾਂਗਾ, ਕਿਉਂਕਿ ਇਹ ਮਹਾਰਾਜ ਦੇ ਬਚਨ ਨੇ ਪਿਆਰਿਓ। ਇਸੇ ਇੱਕ ਇੱਕ ਬਚਨ ਤੇ ਕਈ ਕਈ ਸਿੱਖਾਂ ਦਾ ਜੀਵਨ ਜੁੜਿਆ ਹੋਇਆ ਹੈ ਜੀ। ਇੱਕ ਇੱਕ ਬਚਨ ਤੇ। ਇੱਕ ਸਮਾਂ ਆਇਆ ਹਿੰਦੁਸਤਾਨ 'ਚ ਜਦੋਂ ਗਦਰ ਮਚ ਗਿਆ ਜੀ। ਅੰਗਰੇਜ਼ਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਵੀ 24 ਘੰਟਿਆਂ ਦੀ ਤੁਹਾਨੂੰ ਖੁੱਲ੍ਹ ਹੈ। ਫੌਜ ਨੂੰ ਆਖਿਆ ਜੋ ਲੁੱਟਣਾ ਹੈ ਲੁੱਟ ਲਓ, ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ ਜੀ। ਬੰਦੂਕ ਫੜੀ ਹੈ, ਉਸ ਫੌਜੀ ਤੁਰਿਆ ਜਾ ਰਿਹਾ ਜੀ। ਉਹ ਜਦੋਂ ਗਲੀ 'ਚ ਤੁਰਿਆ ਜਾਵੇ, ਸਾਰੇ ਲੁੱਟ ਕਰ ਰਹੇ ਸਨ। ਤੇ ਪਿਆਰਿਓ, ਸੋਨਾ ਚਾਂਦੀ ਤੇ ਛੱਡੋ, ਉਸ ਸਮੇਂ ਤੇ ਕਈ ਫੌਜੀ ਲੋਕਾਂ ਦੀਆਂ ਧੀਆਂ ਤੁਰਿਆ ਜਾਵੇ। ਇੱਕ ਮੁਸਲਮਾਨ ਇਸਤਰੀ ਸੀ, ਉਹਦੀਆਂ ਜਵਾਨ ਬੱਚੀਆਂ ਸਨ ਅੰਦਰ। ਉਹਨੇ ਵੇਖਿਆ ਇਹ ਗੁਰੂ ਦਾ ਸਿੱਖ ਹੈ। ਕਹਿਣ ਲੱਗੀ ਤੂੰ ਗੁਰੂ ਦਾ ਸਿੱਖ ਹੈ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਸਾਡੇ ਘਰ ਦੇ ਬਾਹਰ ਪਹਿਰਾ ਦੇ ਦੇ, ਤੂੰ ਖਲੋਤਾ ਹੋਏਗਾ, ਕੋਈ ਸਾਡੇ ਘਰੋਂ ਲੁੱਟ ਨਹੀਂ ਸਕੇਗਾ ਕੁਛ। ਫੌਜੀ ਤੇ ਲੁੱਟ ਰਹੇ ਸਨ। ਉਹ ਫੌਜੀ ਗੁਰੂ ਕਾ ਪਿਆਰਾ, ਪਿਆਰੇ ਉਹਨੇ ਬੰਦੂਕ ਚੁੱਕੀ, ਉਹਨਾਂ ਦੇ ਦਰਵਾਜ਼ੇ ਤੇ ਪਹਿਰਾ ਦੇਣ ਲੱਗ ਪਿਆ, ਪਹਿਰਾ ਦੇਣ ਲੱਗ ਪਿਆ। ਦੂਜੇ ਫੌਜੀ ਪੁੱਛਣ ਵੀ ਤੂੰ ਇੱਥੇ ਕੀ ਕਰਦਾ? ਉਹ ਕਹਿਣ ਲੱਗਾ ਮੈਂ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ, ਮੈਂ ਆਪਣੇ ਮਾਲਕ ਦਾ ਹੁਕਮ ਮੰਨ ਰਿਹਾ। ਸੱਚ ਬੋਲਿਆ ਜੀ ਉਹਨੇ। ਤੇ ਉਹ ਜਦੋਂ 24 ਘੰਟਿਆਂ ਦਾ ਸਮਾਂ ਮੁੱਕ ਗਿਆ, ਉਹ ਲੜਕੀਆਂ ਇੱਕ ਸੈਯਦ ਪਰਿਵਾਰ ਵਿੱਚੋਂ ਸਨ। ਸੈਯਦ ਘਰਾਣਾ ਮੁਸਲਮਾਨਾਂ ਵਿੱਚ ਬੜਾ ਉੱਚਾ ਘਰਾਣਾ ਮੰਨਿਆ ਜਾਂਦਾ ਹੈ। ਉਹਨਾਂ ਸੈਯਦਾਂ ਨੂੰ ਦੱਸਿਆ ਕਿ ਆਹ ਸਿੱਖ ਨੇ ਸਾਡੀਆਂ ਇੱਜ਼ਤਾਂ ਬਚਾਈਆਂ ਨੇ। ਉਹਨਾਂ ਨੇ ਸੋਨਾ ਚਾਂਦੀ ਮੋਤੀ ਮਾਤੀ ਥਾਲ 'ਚ ਪਾਏ, ਸਿੱਖ ਨੂੰ ਦੇਣ ਲੱਗੇ। ਤੇ ਸਿੱਖ ਨੂੰ ਦੇ ਕੇ ਕਿਹਾ ਵੀ ਆਹ ਲੈ ਤੇਰਾ ਮੁੱਲ। ਉਹ ਕਹਿਣ ਲੱਗਾ ਗੱਲ ਸੁਣ ਲਓ, ਮੈਂ ਆਪਣੇ ਗੁਰੂ ਦੇ ਵਾਸਤੇ ਨੂੰ ਮੁੱਲ ਨਹੀਂ ਵੇਚਦਾ। ਵਾਸਤਾ ਪਾਇਆ ਸੀ ਗੁਰੂ ਦਾ, ਮੈਂ ਗੁਰੂ ਦੇ ਵਾਸਤੇ ਨੂੰ ਮੁੱਲ ਨਹੀਂ ਵੇਚਦਾ। ਤੁਸੀਂ ਸਭ ਕੁਝ ਰੱਖ ਲਓ। ਇਹਨਾਂ ਕਿਹਾ ਸੀ ਤੂੰ ਗੁਰੂ ਦਾ ਸਿੱਖ ਹੈ, ਜਿਸ ਗੁਰੂ ਦਾ ਸਿੱਖ ਹੈ ਤੈਨੂੰ ਤੇਰੇ ਗੁਰੂ ਦਾ ਵਾਸਤਾ ਸਾਡੀ ਇੱਜ਼ਤ ਬਚਾ ਦੇ। ਇਸ ਕਰਕੇ ਮੈਂ ਆਪਣੇ ਗੁਰੂ ਦਾ ਵਾਸਤਾ ਨਹੀਂ ਵੇਚਣਾ। ਉਹ ਅੱਗੇ ਤੁਰ ਪਿਆ। ਉਹ ਫੌਜੀ ਘਰ ਪਹੁੰਚਿਆ। ਉਹਦੀ ਮਾਂ ਨੇ ਵੇਖਿਆ ਮੇਰੇ ਪੁੱਤ ਦਾ ਬੈਗ ਖਾਲੀ ਹੈ, ਪੁੱਤ ਤੂੰ ਕੋਈ ਸੋਨਾ ਚਾਂਦੀ ਨਹੀਂ ਲੈ ਕੇ ਆਇਆ। ਸਾਰੇ ਫੌਜੀ ਲੈ ਕੇ ਆਏ, ਸਰਕਾਰ ਨੇ ਕਿਹਾ ਸੀ ਜੋ ਲੁੱਟਣਾ ਲੁੱਟ ਲਓ। ਉਹ ਕਹਿਣ ਲੱਗਾ ਮਾਂ ਮੈਂ ਕੁਝ ਨਹੀਂ ਲਿਆਂਦਾ। ਕਹਿਣ ਲੱਗੀ ਹੋਰ ਨਹੀਂ ਤੇ ਵਗਦੀ ਗੰਗਾ 'ਚ ਹੱਥ ਧੋ ਲੈਣੇ ਸੀ, ਕੁਛ ਨਾ ਕੁਛ ਲੈ ਆਉਣਾ ਸੀ। ਕਹਿਣ ਲੱਗਾ ਸੋਨਾ ਚਾਂਦੀ ਤਾਂ ਨਹੀਂ ਲੈ ਕੇ ਆਇਆ, ਪਰ ਆਪਣੇ ਗੁਰੂ ਦੇ ਨਿਸ਼ਾਨ ਨੂੰ ਉੱਚਾ ਕਰਕੇ ਆਇਆ। ਗੱਜ ਕੇ ਆਖੋ। ਉਹ ਫੌਜੀ ਕੋਈ ਹੋਰ ਨਹੀਂ ਸੀ, ਉਹ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਸਨ ਜੀ। ਉਹ ਸਨ ਜੀ। ਹੁਣ ਬੜੇ ਧਿਆਨ ਨਾਲ ਸੁਣਿਓ,
ਗੁਰੂ ਰਾਮਦਾਸ ਸਾਹਿਬ ਕਹਿੰਦੇ ਪਰਿਵਾਰ ਵਾਸਤੇ ਅਨਿਆਂ ਨਾ ਕਰੋ। ਬਾਬਾ ਜੀ ਦੀ ਮਾਂ ਕਹਿ ਰਹੀ ਵੀ ਤੂੰ ਕਿਉਂ ਨਹੀਂ ਕੁਝ ਲੈ ਕੇ ਆਂਦਾ, ਉਹ ਕਹਿੰਦੇ ਨਹੀਂ ਮੈਂ ਸਿੱਖੀ ਕਮਾਈ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਸਮਝ ਲਓ ਪਰਿਵਾਰ ਵੀ ਗੁਰੂ ਦਾ ਹੈ, ਲੋਭ ਲਾਲਚ ਨਾ ਕਰੋ, ਗੁਰੂ ਆਪ ਰਾਖਾ ਹੋਏਗਾ। ਹਾਂਜੀ, ਤਬ ਸਤਿਗੁਰ ਕੋ ਪਰ ਹੈ ਲਾਜ, ਫਿਰ ਮਹਾਰਾਜ ਲਾਜ ਰੱਖਣਗੇ ਤੁਹਾਡੇ ਪਰਿਵਾਰ ਦੀ, ਤੁਹਾਡੇ ਟੱਬਰ ਦੀ ਜੀ। ਹਾਂਜੀ, ਕਰੈ ਨਿਬਾਹਨ ਸਕਲ ਸਮਾਜ, ਸਾਰੇ ਕਾਰਜਾਂ ਵਿੱਚ ਪਰਮੇਸ਼ਰ ਜੀ ਤੁਹਾਡੇ ਰਾਖੇ ਹੋਣਗੇ। ਗੱਜ ਕੇ ਕਹੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਤੇ ਬਿਲਕੁਲ ਸੱਚੀ ਗੱਲ ਜੀ। ਹਾਂਜੀ, ਭੋਜਨ ਵਸਤਰ ਭਲੇ ਪਹੁੰਚਾਵੈ, ਸ਼੍ਰੇ ਕਰੈ ਗਨ ਕਸ਼ਟ ਮਿਟਾਵੈ। ਸਾਰਾ ਕੁਝ ਪਰਮੇਸ਼ਰ ਦੇ ਨਾਮ ਤੇ ਸਮਰਪਿਤ ਰੱਖੋ, ਪਰਮੇਸ਼ਰ ਆਪੇ ਹੀ ਭੋਜਨ ਭੇਜ ਦੇਗਾ, ਪਰਮੇਸ਼ਰ ਆਪੇ ਹੀ ਵਸਤਰ ਵੀ ਭੇਜ ਦੇਗਾ, ਤੇ ਪਰਮੇਸ਼ਰ ਕਸ਼ਟ ਵੀ ਤੁਹਾਡੇ ਪਰਿਵਾਰ ਦੇ ਮਿਟਾ ਦੇਗਾ ਤੇ ਮੁਕਤੀ ਵੀ ਮਿਲੇਗੀ ਜੀ। ਇਤਿਹਾਸ ਤੁਸੀਂ ਬੜੀ ਵਾਰੀ ਸੁਣਿਆ ਬਾਬਾ ਕਬੀਰ ਸਾਹਿਬ ਜੀ ਦਾ ਜੀ। ਭਗਤ ਕਬੀਰ ਸਾਹਿਬ ਬੰਦਗੀ ਕਰਨ ਚਲੇ ਜਾਂਦੇ ਹੈ, ਈਰ ਖਾਲੂ ਲੋਕਾਂ ਨੇ ਜਾਣ ਕੇ ਹੀ ਹੋਕਾ ਦੇ ਦਿੱਤਾ ਵੀ ਭਗਤ ਕਬੀਰ ਦੇ ਘਰ ਇੰਨੀ ਤਰੀਕ ਨੂੰ ਭੰਡਾਰਾ ਹੋਏਗਾ ਜੀ। ਭਗਤ ਕਬੀਰ ਸਾਹਿਬ ਨੂੰ ਪਤਾ ਲੱਗ ਗਿਆ, ਮਾਂ ਕਹਿਣ ਲੱਗੀ ਲੋਕਾਂ ਨੇ ਸਾਡੇ ਘਰ ਆ ਜਾਣਾ, ਖਵਾਉਣਾ ਕੀ ਹੈ ਲੋਕਾਂ ਨੂੰ। ਭਗਤ ਕਬੀਰ ਸਾਹਿਬ ਐਨ ਮਿੱਥੇ ਦਿਨ ਤੇ ਜਾ ਕੇ ਬੰਦਗੀ ਕਰਨ ਲੱਗ ਪਏ ਜੀ। ਪਰਮੇਸ਼ਰ ਜੀ ਆਏ, ਭਗਤ ਕਬੀਰ ਜੀ ਦਾ ਰੂਪ ਧਾਰਿਆ ਤੇ ਸਾਧ ਸੰਗਤ ਜੀ ਬੜਾ ਵੱਡਾ ਭੰਡਾਰਾ ਕੀਤਾ ਤੇ ਭਾਂਡੇ ਵੀ ਨਾਲੇ ਹੀ ਦਾਨ ਦੇ ਦਿੱਤੇ ਜੀ। ਪਰਮੇਸ਼ਰ ਪੈਜ ਰੱਖਦਾ। ਹਾਂਜੀ, ਪਰਮੇਸ਼ਰ ਜੀ ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਆ ਗਏ ਤੇ ਸਭ ਕੁਝ ਦਾਨ ਪੁੰਨ ਕੀਤਾ, ਵਸਤੂਆਂ ਵੀ ਆਪੇ ਲੈ ਲੈਂਦੀਆਂ, ਕੱਪੜੇ ਵੀ ਦਾਨ ਵਾਸਤੇ ਆਪੇ ਲੈ ਦਿੱਤੇ ਜੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਕਰੀ ਰੱਬ ਦੇ ਬਣ ਕੇ ਵੇਖੋ, ਰੱਬ ਆਪੇ ਹੀ ਸਾਰਾ ਕੁਝ ਪਹੁੰਚਾ ਦਿੰਦਾ ਜੀ। ਹਾਂਜੀ, ਬਿਸ਼ਨ ਦਾਸ ਮਾਣਕ ਚੰਦ ਪੂਰੋ, ਤਿੰਨਾਂ ਹੀ ਸਿੱਖਾਂ ਨੇ, ਬਿਸ਼ਨ ਦਾਸ, ਮਾਣਕ ਚੰਦ ਤੇ ਭਾਈ ਪੂਰੋ ਜੀ ਨੇ। ਸੁਨ ਗੁਰ ਕੋ ਉਪਦੇਸ਼ਨ ਰੂਰੋ, ਇਹ ਮਹਾਰਾਜ ਦਾ ਉਪਦੇਸ਼ ਸੁਣਿਆ ਜੀ ਵੀ ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਆਪ ਵੀ ਕਰਨੀ ਹੈ, ਪਰਿਵਾਰ ਨੂੰ ਵੀ ਪ੍ਰੇਰਣਾ ਦੇਣੀ ਹੈ। ਹਾਂਜੀ, ਕਰਿਓ ਕਮਾਵਨ ਨੀਕੇ ਮਾਨ, ਉਹਨਾਂ ਸੁਣਿਆ ਤੇ ਸੁਣ ਕੇ ਕਮਾਈ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ ਪ੍ਰਣ ਕਰ ਲੋ, ਤੁਹਾਡੇ ਘਰ ਗੁਰੂ ਕਾ ਸਿੱਖ ਆਵੇ, ਲੋੜਵੰਦ ਆਵੇ, ਉਹਦੇ ਹੱਥ ਧਵਾ ਕੇ, ਉਹਨੂੰ ਸਤਿਕਾਰ ਨਾਲ ਬਿਠਾ ਕੇ, ਗੁਰੂ ਦਾ ਰੂਪ ਸਮਝ ਕੇ ਜਲ ਪਾਣੀ ਛਕਾ ਦਿਓ, ਤੁਹਾਨੂੰ ਬਹੁਤ ਕੁਝ ਮਿਲ ਜਾਏਗਾ ਜੀ। ਇਹ ਗੱਲਾਂ ਸੱਚੀਆਂ ਨੇ। ਹਾਂਜੀ, ਅੰਤ ਕਾਲ ਪ੍ਰਾਪਤ ਕਲਿਆਣ, ਲਓ ਜੀ ਉਹਨਾਂ ਨੇ ਗੁਰੂ ਦਾ ਬਚਨ ਮੰਨਿਆ, ਆਪ ਵੀ ਗੁਰੂ ਦੇ ਲੇਖੇ ਲੱਗੇ ਤੇ ਪਰਿਵਾਰ ਵੀ ਲਾਏ ਜੀ। ਪਰਿਵਾਰ ਨੂੰ ਵੀ ਸਿੱਖਿਆ ਦਿੱਤੀ ਜੀ। ਆਪਣੇ ਜਾ ਕੇ ਬੱਚਿਆਂ ਨੂੰ ਸਮਝਾਇਓ, ਪੋਤਰੇ ਪੋਤਰੀਆਂ ਨੂੰ ਸਮਝਾਇਓ, ਭਾਈ ਪਿਆਰਿਓ ਗੁਰੂ ਦੇ ਘਰ ਦੀ ਤੇ ਗੁਰੂ ਦੇ ਸਿੱਖਾਂ ਦੀ ਸੇਵਾ ਕਰੋ, ਤੁਹਾਨੂੰ ਬਹੁਤ ਕੁਝ ਮਿਲੇਗਾ। ਸਮਝਾਇਓ। ਕੀ ਬਣਿਆ? ਅੰਤ ਕਾਲ ਪ੍ਰਾਪਤ ਕਲਿਆਣ, ਤਿੰਨਾਂ ਸਿੱਖਾਂ ਦਾ ਪਰਿਵਾਰ ਸਮੇਤ ਕਲਿਆਣ ਹੋਇਆ ਜੀ। ਹਾਂਜੀ, ਸਿੱਖ ਪਦਾਰਥ ਤਾਰੂ ਭਾਰੂ, ਤੀਨੋਂ ਚਲ ਆਏ ਗੁਰਦੁਆਰੂ। ਤਿੰਨ ਸਿੱਖ ਹੋਰ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਚ ਆਏ। ਪਿਆਰ ਨਾਲ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਗੱਜ ਕੇ ਕਹੋ ਸਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਚ ਭਾਈ ਪਦਾਰਥ ਜੀ, ਭਾਈ ਤਾਰੂ ਜੀ ਤੇ ਭਾਈ ਭਾਰੂ ਜੀ, ਕੁਦਰਤੀ ਭਾਈ ਤਾਰੂ ਜੀ ਤੇ ਭਾਰੂ ਜੀ ਭਰਾ ਹੋਣਗੇ ਜੀ ਆਪਸ ਵਿੱਚ। ਇਸ ਤਰ੍ਹਾਂ ਦਾ ਹੀ ਸੀ ਪਰਿਵਾਰਾਂ ਚ ਨਾਮ ਦੀ। ਹਾਂਜੀ, ਆਗੇ ਲਾਗਿਓ ਵੱਡ ਦੀਵਾਨ, ਮਹਾਰਾਜ ਜੀ ਦੀ ਹਜ਼ੂਰੀ ਚ ਆਏ, ਉਹਨਾਂ ਸੋਭਾ ਸੁਣੀ ਗੁਰੂ ਰਾਮਦਾਸ ਜੀ ਦੀ। ਜਦੋਂ ਆਏ ਅੱਗੇ ਬੜਾ ਵੱਡਾ ਦੀਵਾਨ ਲੱਗਾ ਹੋਇਆ ਸੀਗਾ ਜੀ। ਕਥਾ ਕੀਰਤਨ ਹੋਤ ਮਹਾਨ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਥਾ ਹੋ ਰਹੀ ਸੀਗੀ, ਕੀਰਤਨ ਹੋ ਰਿਹਾ ਸੀਗਾ, ਕਥਾ ਕੀਰਤਨ ਹੋ ਰਿਹਾ ਸੀਗਾ ਜੀ। ਸੁਨ ਗੁਰ ਬਚਨ ਭਇਓ ਉਰ ਤਰਾਸ, ਹਾਥ ਜੋਰ ਕੀਨੀ ਅਰਦਾਸ। ਗੁਰੂ ਸਾਹਿਬ ਦੇ ਬਚਨ ਸੁਣੇ ਕਥਾ ਕੀਰਤਨ ਦੇ,
ਉਹ ਡਰ ਗਏ ਜੀ। ਇਸ ਕੇ ਆਖੋ ਵਾਹਿਗੁਰੂ। ਕਈ ਬੰਦੇ ਕਥਾ ਸੁਣ ਕੇ ਡਰ ਜਾਂਦੇ ਜੀ। ਆ ਮੈਨੂੰ ਭਾਈ ਇੰਦਰਜੀਤ ਸਿੰਘ ਜੀ ਨਾਰੰਗ ਸਰੀਰ ਤਿਆਗ ਗਏ, ਬੜਾ ਸਮਾਂ ਇੱਥੇ ਕੈਸ਼ੀਅਰ ਰਹੇ ਜੀ, ਬੜੇ ਭਲੇ ਸੁਭਾਅ ਦੇ ਸੀਗੇ ਜੀ। ਮੈਨੂੰ ਉਹਨਾਂ ਅਕਸਰ ਹੀ ਮਖੌਲ ਕਰਨਾ, ਕਹਿਣਾ ਮੌਤ ਦੀ ਕਥਾ ਨਾ ਕਰਿਆ ਕਰ, ਡਰ ਲੱਗਦਾ ਸਾਨੂੰ, ਹਾਸੇ ਵਿੱਚ ਕਹਿਣਾ ਜੀ ਉਹਨਾਂ। ਹਾਂਜੀ, ਜਦੋਂ ਮਹਾਰਾਜ ਜੀ ਦੀ ਬਾਣੀ ਦੇ ਬਚਨ ਸੁਣੇ ਨਾ ਜੀ, ਤੇ ਇਹ ਤਿੰਨੋਂ ਸਿੱਖ ਡਰ ਗਏ ਜੀ। ਕਿਉਂ ਡਰ ਗਏ ਉਹ ਵੀ ਸੁਣੋ। ਹਾਂਜੀ, ਹਾਥ ਜੋਰ ਕੀਨੀ ਅਰਦਾਸ। ਇਹ ਡਰ ਗਏ ਤੇ ਇਹਨਾਂ ਕੋ ਰਿਹਾ ਨਾ ਗਿਆ ਜੀ। ਤੇ ਤਿੰਨਾਂ ਨੇ ਨਾ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਹਮ ਕੁਟੰਬ ਮਹਿ ਅਧਿਕ ਲਪੇਟੇ, ਪੜ੍ਹਨ ਸੁਨਨ ਗੁਰ ਸ਼ਬਦ ਨਾ ਭੇਟੇ। ਸੱਚੇ ਪਾਤਸ਼ਾਹ ਬਾਣੀ ਦੇ ਬਚਨ ਸੁਣੇ, ਕਥਾ ਸੁਣੀ ਕਿ ਜਿਹੜੇ ਬੰਦੇ ਨਾਮ ਨਹੀਂ ਜਪਦੇ, ਪਰਿਵਾਰ ਦੇ ਵਿੱਚ ਹੀ ਖਚਤ ਰਹਿੰਦੇ, ਉਹਨਾਂ ਦਾ ਭਲਾ ਨਹੀਂ ਹੁੰਦਾ। ਹਾਂਜੀ, ਮੈਂ ਮੇਰੀ ਕਰਦੇ ਰਹਿੰਦੇ ਆ, ਪਰਿਵਾਰ ਦੇ ਵਿੱਚ ਫਸੇ ਰਹਿੰਦੇ ਆ। ਹਾਂਜੀ, ਨਾਮ ਨਹੀਂ ਜਪਦੇ, ਉਹਨਾਂ ਦਾ ਭਲਾ ਨਹੀਂ ਹੁੰਦਾ। ਮਹਾਰਾਜ ਸਾਨੂੰ ਤੇ ਡਰ ਲੱਗ ਗਿਆ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਭਾਈ ਡਰਦੇ ਕਿਉਂ? ਕਹਿਣ ਲੱਗੇ, ਮਹਾਰਾਜ ਡਰਦੇ ਇਸ ਕਰਕੇ ਆ, ਅਸੀਂ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵਿੱਚ ਬਹੁਤੇ ਹੀ ਲਪੇਟੇ ਹੋਏ ਆ, ਬਹੁਤੇ ਲਪੇਟੇ ਹੋਏ ਆ। ਤੇ ਮਹਾਰਾਜ ਸੱਚ ਦੱਸ ਰਹੇ ਆ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਆ ਕੇ ਸਤਸੰਗ ਸੁਣਿਆ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਐਸੇ ਬੰਦੇ ਵੀ ਹੁੰਦੇ ਜੀ, ਪਹਿਲੀ ਵਾਰ ਆ ਕੇ ਸਤਸੰਗ ਸੁਣਿਆ। ਅੱਜ ਤੋਂ ਪਹਿਲਾਂ ਕਦੀ ਸਤਸੰਗ ਨਹੀਂ ਸੀ ਸੁਣਿਆ ਮਹਾਰਾਜ। ਹਾਂਜੀ, ਸਤ ਸੰਗਤ ਹੋ ਨਹਿ ਕਿਸ ਬਾਰ, ਗੁਰ ਜੀ ਕਿਮ ਹੋਏ ਹਮੋ ਉਧਾਰ। ਕਦੀ ਸਤਸੰਗ ਵਿੱਚ ਆਏ ਹੀ ਨਹੀਂ ਅਸੀਂ, ਨਾ ਆਉਂਦੇ ਆ। ਅੱਜ ਤੇ ਪਤਾ ਨਹੀਂ ਕਿਹੜਾ ਕਰਮ ਸੀਗਾ ਜਿਹੜਾ ਤੁਹਾਡੇ ਚਰਨਾਂ 'ਚ ਲੈ ਆਇਆ। ਮਹਾਰਾਜ ਸਾਡਾ ਕਿਵੇਂ ਭਲਾ ਹੋਏਗਾ? ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅਸੀਂ ਤੇ ਕਦੀ ਸਤਸੰਗ ਨਹੀਂ ਕੀਤਾ। ਆਏ ਪਰੇ ਅਬ ਸ਼ਰਨ ਤੁਮਹਾਰੀ। ਪਰ ਹੁਣ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਕਿਹਦੀ ਸ਼ਰਨ 'ਚ ਆਏ ਜੀ? ਹਾਂਜੀ, ਕਰੋ ਆਪ ਕਲਿਆਣ ਹਮਾਰੀ। ਮਹਾਰਾਜ ਹੁਣ ਸਾਡਾ ਇੱਥੇ ਵੀ ਭਲਾ ਹੋਵੇ ਤੇ ਅੱਗੇ ਵੀ ਭਲਾ ਹੋਵੇ, ਐਸੀ ਕਿਰਪਾ ਕਰੋ ਸਾਡੇ ਤੇ। ਰਾਮਦਾਸ ਗੁਰ ਗਿਰਾ ਬਖਾਨੀ। ਹੁਣ ਮਹਾਰਾਜ ਗੁਰੂ ਰਾਮਦਾਸ ਸਾਹਿਬ ਆਪ ਬਚਨ ਕਰਨ ਲੱਗੇ। ਕਹੋ ਪ੍ਰੇਮ ਨਾਲ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਹਾਂਜੀ, ਵਾਹਿਗੁਰੂ ਸਿਰਜੇ ਜੇ ਪ੍ਰਾਨੀ। ਮਹਾਰਾਜ ਕਹਿਣ ਲੱਗੇ, ਭਾਈ ਪਿਆਰਿਓ, ਇੱਕ ਗੱਲ ਦਾ ਚੇਤਾ ਰੱਖੋ, ਜਿਨ੍ਹਾਂ ਬੰਦਿਆਂ ਨੂੰ ਵਾਹਿਗੁਰੂ ਨੇ ਬਣਾਇਆ ਹੈ, ਵਾਹਿਗੁਰੂ ਨੇ ਪੈਦਾ ਕੀਤਾ ਹੈ, ਪੂਰਬ ਸਭ ਹਿਤ ਕਰਿਓ ਆਹਾਰ। ਤੇ ਉਹਨਾਂ ਦੇ ਜੰਮਣ ਤੋਂ ਪਹਿਲਾਂ ਉਹਨਾਂ ਦੇ ਪ੍ਰਸ਼ਾਦੇ ਦਾ ਵੀ ਪ੍ਰਬੰਧ ਕੀਤਾ ਹੋਇਆ ਜੀ। ਇਹੋ ਹੀ ਗੱਲ ਹੈਗੀ ਜੀ। ਬੰਦਾ ਦੌੜਦਾ ਰਹਿੰਦਾ, ਭੱਜਦਾ ਰਹਿੰਦਾ ਜੀ, ਨਹੀਂ ਟਿਕਦਾ ਜੀ। ਪਰਿਵਾਰ ਵਾਸਤੇ ਬਹੁਤ ਕੁਝ ਕਰਦਾ ਜੀ। ਇਹ ਬੜੀ ਵੱਡੀ ਸੱਚਾਈ ਹੈ ਜਿਹੜੀ ਸੁਣ ਕੇ ਵੀ ਪੱਲੇ ਨਹੀਂ ਪੈਂਦੀ ਬੰਦੇ ਦੇ ਜੀ। ਸਭਨਾ ਵਾਸਤੇ ਵਾਹਿਗੁਰੂ ਨੇ ਪਹਿਲਾਂ ਦਾਣੇ ਲਿਖੇ ਹੈ, ਪ੍ਰਸ਼ਾਦਾ ਲਿਖਿਆ ਵਾਹਿਗੁਰੂ ਨੇ। ਜਾਂ ਤੇ ਤੁਮ ਬੈਠੋ ਗੁਰਦੁਆਰ। ਇਸ ਕਰਕੇ ਤੁਸੀਂ ਕੁਝ ਸਮਾਂ ਉਧਰੋਂ ਧਿਆਨ ਹਟਾ ਕੇ ਗੁਰੂਦੁਆਰੇ ਵੀ ਬੈਠਿਆ ਕਰੋ। ਤੁਸੀਂ ਸੰਗਤ ਜੀ ਕਿੰਨੇ ਭਾਗਾਂ ਵਾਲੇ ਹੋ ਜਿਹੜੇ ਇੱਥੇ ਬੈਠੇ ਹੋ, ਘਰਾਂ 'ਚ ਬਹਿ ਕੇ ਸੁਣ ਰਹੇ ਹੋ। ਕੁਝ ਸਮਾਂ ਤਾਂ ਧਿਆਨ ਹਟਾਇਆ ਨਾ ਜੀ। ਹਾਂਜੀ, ਬੰਦਾ ਬਸ ਫਿਕਰਾਂ ਹੀ ਕਰਦਾ ਰਹਿੰਦਾ, ਫਿਕਰਾਂ ਨਹੀਂ ਮੁੱਕਦੀਆਂ ਜੀ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭਰੋਸੇ ਬੈਠਿਆ ਕਰੋ ਗੁਰੂ ਦੇ ਦੁਆਰੇ ਤੇ। ਧਰੋ ਸਿਦਕ ਉਰ ਡੋਲੋ ਨਾਹੀ। ਸਿਦਕ ਰੱਖਣਾ ਗੁਰੂ ਰਾਮਦਾਸ ਜੀ ਕਹਿੰਦੇ, ਸਿਦਕ ਰੱਖੋ, ਡੋਲੋ ਨਾ। ਹਾਂਜੀ, ਬੰਦਾ ਡੋਲ ਜਾਂਦਾ ਜੀ ਵੀ ਹੁਣ ਪਤਾ ਨਹੀਂ ਕੀ ਬਣੇਗਾ, ਹੁਣ ਪਤਾ ਨਹੀਂ ਕੀ ਬਣੇਗਾ। ਹਾਂਜੀ,
ਬੰਦਾ ਡੋਲ ਜਾਂਦਾ ਜੀ। ਇੱਕ ਬੰਦਾ ਨਾ ਜੀ ਬੜਾ ਸਿਆਣਾ, ਕਹਿੰਦਾ ਕਹਾਉਂਦਾ, ਵਿਦਵਾਨ ਬੰਦਾ, ਬਹੁਤ ਲੋਕ ਉਹਨੂੰ ਜਾਣਦੇ, ਪਰ ਮੈਂ ਉਹਦੇ ਕੋਲ ਬੈਠਾ। ਉਹ ਕਹਿਣ ਲੱਗਾ ਮੇਰੀ ਤੇ ਲੰਘ ਗਈ, ਮੈਨੂੰ ਪੁੱਤਰ ਦੀ ਚਿੰਤਾ ਵੀ ਇਹ ਅਮਰੀਕਾ 'ਚ ਪੱਕਾ ਹੋ ਜੇ। ਗੱਜ ਕੇ ਆਖੋ ਵਾਹ। ਮੈਂ ਕਿਹਾ ਜੀ ਮੈਂ ਤੁਹਾਡੇ ਤੋਂ ਕੁਰਬਾਨ ਜਾਨਾ, ਇੰਨਾ ਗਿਆਨ ਧਿਆਨ ਸੁਣਾ ਕੇ ਵੀ ਧਿਆਨ ਅਮਰੀਕਾ 'ਚ ਪੁੱਤ ਪੱਕਾ ਕਰਾਉਣ ਦਾ ਹੀ ਹੈ। ਹਾਂਜੀ, ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਦਕ ਰੱਖੋ, ਡੋਲੋ ਨਾ। ਜਿਸ ਵਾਹਿਗੁਰੂ ਨੇ ਬਣਾਇਆ ਉਸ ਵਾਹਿਗੁਰੂ ਨੇ ਰੋਜੀ ਵੀ ਲਿਖੀ ਹੈ, ਰੋਜੀ ਵੀ ਲਿਖੀ ਹੈ। ਹਾਂਜੀ, ਸਿਮਰੋ ਵਾਹਿਗੁਰੂ ਮਨ ਮਾਹੀ। ਸਿਦਕ ਰੱਖ ਕੇ ਨਾ ਤੇ ਮਨ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਕਰਦੇ ਉਹਦਾ ਸਿਮਰਨ ਕਰਿਆ ਕਰੋ। ਆਖਿਆ ਕਰੋ ਵਾਹਿਗੁਰੂ 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 ਵਾਹਿਗੁਰੂ। ਬਸ ਮਨ 'ਚ ਸ਼ੁਕਰਾਨਾ ਕਰਦੇ ਰਿਹਾ ਕਰੋ, ਸ਼ੁਕਰਾਨਾ ਕਰਦੇ ਰਿਹਾ ਕਰੋ। ਹਾਂਜੀ, ਉਹ ਸਾਧ ਸੰਗਤ ਜੀ ਇੱਕ ਹਕੀਮ ਸੀਗਾ, ਰੋਜ਼ ਉਹਨੇ ਘਰੋਂ ਜਾਣਾ ਤੇ ਉਹਦੀ ਘਰਵਾਲੀ ਨੇ ਲਿਖ ਕੇ ਭੇਜਣਾ ਵੀ ਅੱਜ ਇਹ ਵਸਤੂ ਚਾਹੀਦੀ ਹੈ। ਉਹਨੇ ਓਨਾ ਸਮਾਂ ਬਹਿਣਾ, ਜਦੋਂ ਉਸ ਵਸਤੂ ਦੇ ਪੈਸੇ ਆ ਜਾਣੇ ਉਹਨੇ ਦੁਕਾਨ ਬੰਦ ਕਰਕੇ ਤੇ ਘਰ ਆ ਜਾਣਾ ਜੀ ਵਸਤੂ ਲੈ ਕੇ। ਹਾਂਜੀ, ਉਹਦਾ ਨੇਮ ਸੀਗਾ ਜੀ, ਜਦੋਂ ਉਹਨੂੰ ਇੱਕ ਦਿਨ ਜਿੰਨੇ ਲੋੜ ਜਿੰਨੇ ਪੈਸੇ ਮਿਲ ਜਾਂਦੇ ਸੀ ਨਾ ਜੀ, ਉਹਨੇ ਦੁਕਾਨ ਬੰਦ ਕਰਨੀ, ਘਰ ਬਹਿ ਜਾਣਾ, ਅੱਲਾਹੂ ਅੱਲਾਹੂ ਜਪਣਾ ਜੀ। ਮੁਸਲਮਾਨ ਸੀਗੇ। ਇੱਕ ਦਿਨ ਘਰੋਂ ਆਉਣ ਲੱਗਾ ਦੁਕਾਨ ਤੇ ਉਹਦੀ ਵਹੁਟੀ ਨੇ ਉਹਨੂੰ ਲਿਸਟ ਬੜੀ ਵੱਡੀ ਫੜਾ ਦਿੱਤੀ ਜੀ। ਕਹਿੰਦਾ ਇਹ ਕੀ? ਕਹਿਣ ਲੱਗੀ ਇਹਦੇ ਵਿੱਚ ਤੇਰੀ ਬੱਚੀ ਦੇ ਨਿਕਾਹ ਦਾ ਸਮਾਨ ਲਿਖਿਆ ਹੋਇਆ, ਕੁਝ ਸਮੇਂ ਬਾਅਦ ਉਹਦਾ ਨਿਕਾਹ ਹੋਣਾ, ਆਹ ਸਮਾਨ ਲਿਖਿਆ। ਉਹਨੇ ਲਿਸਟ ਪੜ੍ਹੀ, ਉਹਨੇ ਕੋਈ ਚਿੰਤਾ ਨਹੀਂ ਕੀਤੀ ਪਿਆਰਿਓ। ਉਹਨੇ ਉਹ ਲਿਸਟ ਲਪੇਟ ਕੇ ਜੇਬ 'ਚ ਪਾ ਲਈ। ਉਹਦੀ ਘਰ ਵਾਲੀ ਕਹਿਣ ਲੱਗੀ ਤੈਨੂੰ ਚਿੰਤਾ ਨਹੀਂ ਹੋਈ, ਤੈਨੂੰ ਫਿਕਰ ਨਹੀਂ ਹੋਈ? ਇੰਨਾ ਸਮਾਨ ਲਿਖਿਆ, ਵਿੱਚ ਦਾਜ ਹੈ, ਕੱਪੜੇ ਹੈ, ਤੂੰ ਬਿਲਕੁਲ ਨਹੀਂ ਚਿੰਤਾ ਕੀਤੀ, ਚੁੱਪ ਕਰਕੇ ਜੇਬ 'ਚ ਪਾ ਲਈ ਹੈ। ਕਹਿਣ ਲੱਗਾ ਜਿਹੜਾ ਅੱਲਾ ਰੋਜ਼ ਸਮਾਨ ਜੋਗੇ ਪੈਸੇ ਦਿੰਦਾ ਉਹ ਅੱਜ ਇਹਦੇ ਵੀ ਦੇ ਦੇਗਾ, ਚਿੰਤਾ ਨਹੀਂ ਹੈ, ਖੁਦਾ ਤੇ ਭਰੋਸੇ ਦੀ ਗੱਲ ਹੈ, ਉਹ ਅੱਜ ਇਹਦੇ ਵੀ ਦੇ ਦੇਗਾ। ਖੇਡ ਕੀ ਬਣੀ? ਉਹ ਸਾਧ ਸੰਗਤ ਦੀ ਦੁਕਾਨ ਤੇ ਬੈਠਾ, ਦੁਕਾਨ ਖੋਲੀ, ਥੋੜਾ ਬਹੁਤੇ ਆਏ ਉਹਦੇ ਗ੍ਰਾਹਕ ਤੇ ਇੱਕ ਬੰਦਾ ਉਤਰਿਆ ਗੱਡੀ ਚੋਂ। ਉਹ ਕਹਿਣ ਲੱਗਾ ਮੇਰੀ ਬੱਚੀ ਦਾ ਨਿਕਾਹ ਸੀ, ਪਰ ਨਿਕਾਹ ਤੋਂ ਪਹਿਲਾਂ ਉਹਦੀ ਮੌਤ ਹੋ ਗਈ, ਉਹਦਾ ਸਾਰਾ ਸਮਾਨ ਪਿਆ, ਜੇ ਤੂੰ ਆਖੇ ਤੇ ਤੇਰੀ ਬੱਚੀ ਦਾ ਕੁਝ ਦਿਨਾਂ ਬਾਅਦ ਨਿਕਾਹ ਹੈ, ਤੂੰ ਬੁਰਾ ਨਾ ਮਨਾਵੇਂ ਤੇ ਮੈਂ ਤੈਨੂੰ ਦੇ ਦਿਆਂ। ਉਹ ਕਹਿਣ ਲੱਗਾ ਮੈਨੂੰ ਕੋਈ ਬੁਰਾ ਨਹੀਂ। ਆਮ ਬੰਦਾ ਬੜੀਆਂ ਵਿਚਾਰਾਂ ਕਰਦਾ, ਲਓ ਉਹਦੀ ਤੇ ਮੌਤ ਹੋ ਗਈ ਸੀ, ਅਸੀਂ ਕਿਉਂ ਰੱਖੀਏ? ਉਹ ਕਹਿੰਦਾ ਮੈਨੂੰ ਕੋਈ ਚਿੰਤਾ ਨਹੀਂ। ਹਾਂ, ਔਰ ਸ਼ਾਮ ਨੂੰ ਸਾਰਾ ਸਮਾਨ ਲੈ ਆਇਆ ਜੀ, ਸਾਰਾ ਸਮਾਨ ਲੈ ਆਇਆ ਘਰ। ਉਹ ਬੜੀ ਹੈਰਾਨ ਹੋਈ ਉਹਦੀ ਘਰ ਦੀ, ਤੁਹਾਨੂੰ ਕਿੰਨੇ ਇੰਨਾ ਸਮਾਨ ਦੇ ਦਿੱਤਾ? ਕਹਿਣ ਲੱਗਾ ਉਹਨੇ ਹੀ ਦਿੱਤਾ ਜਿਹੜਾ ਰੋਜ਼ ਦਿੰਦਾ ਹੈ। ਗੱਜ ਕੇ ਆਖੋ ਬਾ, ਇੰਨੀ ਕੁ ਗੱਲ ਸਮਝਣ ਵਾਲੀ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਭਰੋਸੇ ਤੇ ਰਹੋ, ਐਵੇਂ ਫਿਕਰਾਂ ਵਧਾਈਆਂ। ਜੋ ਵਾਹਿਗੁਰੂ ਨੇ ਦਿੱਤਾ ਉਹ ਸਭ ਲੈਂਦਿਆਂ ਉਹਦਾ ਸ਼ੁਕਰ ਕਰੋ। ਹਾਂਜੀ, ਤੁਮਰੋ ਰਿਜਕ ਇਹਾਂ ਗੁਰਦੇਹ, ਜਨਮ ਸੁਧਾਰੋ ਪਰਖੋ ਇਹ। ਮਹਾਰਾਜ ਕਹਿੰਦੇ ਸਾਡੀ ਗੱਲ ਪਰਖ ਕੇ ਵੇਖ ਲਿਓ, ਜੋ ਤੁਹਾਡੇ ਕਰਮਾਂ 'ਚ ਰਿਜਕ ਲਿਖਿਆ, ਨਾਮ ਜਪੋ ਬੈਠ ਕੇ, ਤੁਹਾਨੂੰ ਰੱਬ ਆਪੇ ਹੀ ਦੇ ਦੇਗਾ। ਗੱਜ ਕੇ ਆਖੋ ਵਾਹਿਗੁਰੂ। ਪਰਖੀਆਂ ਗੱਲਾਂ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਪਰਖ ਕੇ ਵੇਖ ਲਓ। ਸੰਗਤ ਜੀ ਕੋਈ ਪਰਖ ਕੇ ਵੇਖ ਲਓ ਤੁਹਾਡੇ ਵਿੱਚੋਂ ਜੀ। ਸੁਨ ਤੀਨੋਂ ਨਿਜ ਪੁੱਤਰ ਬੁਲਾਏ, ਕਹਿਓ ਤੁਰੰਤਾ ਤੁਮ ਅਬ ਪਾਏ। ਲਓ ਜੀ, ਮਹਾਰਾਜ ਦੇ ਬਚਨਾਂ ਦਾ ਉਹਨਾਂ ਤੇ ਅਸਰ ਹੋਇਆ ਜੀ। ਉਹਨਾਂ ਨੇ ਤਿੰਨਾਂ ਨੇ ਆਪਣੇ ਆਪਣੇ ਪੁੱਤ ਮੰਗਾਏ। ਕਹਿੰਦੇ ਸੁਣੋ,
ਤੁਸੀਂ ਜਵਾਨ ਹੋ ਗਏ ਹੋ। ਹਾਂਜੀ, ਭਾਏ ਕਿਰਤ ਲਾਇਕ ਨਿਰਧਾਰੋ। ਹੁਣ ਤੁਸੀਂ ਆਪਣੀ ਮਿਹਨਤ ਆਪ ਕਰੋ, ਆਪ ਕਮਾਓ ਤੇ ਖਾਓ। ਕਿੰਨਾ ਕੁ ਚਿਰ ਬੰਦਾ ਖਵਾਉਂਦਾ ਰਹੇਗਾ ਜੀ। ਹਾਂਜੀ, ਅਬ ਘਰ ਕੋ ਸਭ ਕਾਰ ਸੰਭਾਰੋ। ਹੁਣ ਘਰ ਦਾ ਕੰਮਕਾਰ ਤੁਸੀਂ ਸੰਭਾਲੋ, ਅਸੀਂ ਨਹੀਂ ਕੁਝ ਕਰਨਾ। ਹਾਂਜੀ, ਉਦਮ ਕਰੋ ਲਾਭ ਹੋਏ ਜੇਤਾ, ਗੁਰ ਕੋ ਦਸਵੰਦ ਕੱਢੋ ਤੇਤਾ। ਉਹ ਕਹਿਣ ਲੱਗੇ ਉਦਮ ਕਰੋ, ਕਿਰਤ ਕਰੋ, ਨਾਲੇ ਲਾਭ ਕਮਾਓ, ਤੇ ਉਸ ਮਾਇਆ ਵਿੱਚੋਂ ਗੁਰੂ ਦਾ 10ਵਾਂ ਹਿੱਸਾ ਵੀ ਦਿਓ ਜੀ। ਗੱਜ ਕੇ ਆਖੋ ਵਾਹਿਗੁਰੂ। ਪੁੱਤ ਕਹਿਣ ਲੱਗੇ ਬਾਪੂ ਪਹਿਲੇ ਦਿਨ ਹੀ ਗੁਰੂ ਘਰ ਗਏ ਤੇ ਇਹਨਾਂ ਨੂੰ ਕੀ ਹੋ ਗਿਆ। ਉਹ ਪਹਿਲੀ ਵਾਰੀ ਆਏ ਸੀ ਨਾ, ਸਤਸੰਗ ਸੁਣਿਆ ਸੀ ਉਹਨਾਂ ਨੇ। ਭਾਈ ਪਦਾਰਥ ਜੀ ਨੇ, ਭਾਈ ਤਾਰੂ ਜੀ ਤੇ ਭਾਈ ਭਾਰੂ ਜੀ ਨੇ ਜੀ। ਕਹਿੰਦੇ ਕਮਾਓ ਤੇ ਖਾਓ, ਗੁਰੂ ਦਾ ਦਸਵੰਧ ਕੱਢੋ। ਹਾਂਜੀ, ਆਵਹਿ ਸਿੱਖ ਕਰੋ ਤਿਹ ਸੇਵਾ। ਕਹਿਣ ਲੱਗੇ ਸਿੱਖ ਆਉਣਗੇ, ਸਿੱਖਾਂ ਦੀ ਸੇਵਾ ਕਰਿਆ ਕਰਿਓ। ਹਾਂਜੀ, ਅਬ ਹਮ ਰਹਿ ਦਵਾਰ ਗੁਰਦੇਵਾ। ਅੱਜ ਤੋਂ ਬਾਅਦ ਅਸੀਂ ਘਰ ਨਹੀਂ ਜਾਣਾ, ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੀ ਰਹਿਣਾ, ਅਸੀਂ ਨਹੀਂ ਘਰ ਜਾਣਾ ਜੀ। ਐਸੇ ਬਚਨ ਤਿੱਖੇ ਪਏ ਜੀ ਉਹਨਾਂ ਦੇ। ਹਾਂਜੀ, ਐਸੇ ਬਚਨ ਗੁਰੂ ਦੇ ਹਿਰਦੇ 'ਚ, ਮਹਾਰਾਜ ਦੇ ਬਚਨ ਉਹਨਾਂ ਦੇ ਹਿਰਦੇ 'ਚ ਵਸ ਗਏ ਜੀ। ਤੇ ਸੱਚੀ ਗੱਲ ਐਵੇਂ ਹੀ ਸਿਰਦਰਦੀ ਵਧਾਈ ਬੰਦੇ ਨੇ ਜੀ। ਉਹ ਮੈਂ ਤੁਹਾਨੂੰ ਦੱਸਿਆ ਨਾ ਅਮਰੀਕਾ ਪੱਕੇ ਹੋਣ ਵਾਲੀ ਗੱਲ ਜੀ, ਸਿਰਦਰਦੀ ਵਧਾਈ ਬੰਦੇ ਨੇ ਜੀ। ਹਾਂਜੀ, ਪਾਣੀ ਪੱਖਾ ਸੇਵਕ ਮਾਵਹੁ, ਸਤ ਸੰਗਤ ਕਰ ਸੇਵ ਰਿਝਾਵਹਿ। ਪਾਣੀ ਪੱਖਾ ਕਰਿਆ ਕਰੋ, ਸੰਗਤ ਦੀ ਸੇਵਾ ਕਰਿਆ ਕਰੋ, ਸਤ ਸੰਗਤ ਦੀ ਸੇਵਾ ਵਿੱਚ ਮਨ ਲਾਓ। ਅਸੀਂ ਵੀ ਇਹੋ ਕੁਝ ਹੀ ਕਰਨਾ। ਕਹਿੰਦੇ ਰਹਿੰਦੀ ਉਮਰ ਗੁਰੂ ਰਾਮਦਾਸ ਜੀ ਦੀਆਂ ਸੰਗਤਾਂ ਵਾਸਤੇ ਪਾਣੀ ਢੋਣਾ ਹੈ, ਪੱਖਾ ਚੱਲਿਆ ਕਰਨਾ, ਸੇਵਾ ਕਰਿਆ ਕਰਨੀ ਹੈ, ਤੇ ਸੇਵਾ ਕਰ ਕਰਕੇ ਅਸੀਂ ਜਨਮ ਸਫਲਾ ਕਰਨਾ। ਹੁਣ ਨਹੀਂ ਅਸੀਂ ਇਹਨਾਂ ਕੰਮਾਂ ਵਿੱਚ ਪੈਣਾ, ਹੁਣ ਨਹੀਂ ਪੈਣਾ ਕਹਿੰਦੇ। ਹਾਂਜੀ, ਕਥਾ ਕੀਰਤਨ ਸੁਨਹਿ ਆਨੰਦੇ। ਲਓ ਜੀ, ਫਿਰ ਭਾਈ ਪਦਾਰਥ ਜੀ, ਭਾਈ ਤਾਰੂ ਜੀ ਤੇ ਭਾਈ ਭਾਰੂ ਜੀ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹੀ ਰਹਿ ਗਏ ਜੀ। ਕਥਾ ਸੁਣਿਆ ਕਰਨ, ਸੇਵਾ ਕਰਿਆ ਕਰਨ, ਆਨੰਦ ਲਿਆ ਕਰਨ। ਹੋਏ ਪ੍ਰਾਪਤ ਕਲਿਆਣ ਬਿਲੰਦੇ। ਤੇ ਮਰਨ ਤੋਂ ਬਾਅਦ ਜਦੋਂ ਸਰੀਰ ਛੁੱਟਿਆ, ਤਿੰਨਾਂ ਨੂੰ ਆਪਣੇ ਆਪਣੇ ਸਮੇਂ ਅਨੁਸਾਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਗ੍ਹਾ ਮਿਲ ਗਈ ਜੀ। ਤਿੰਨਾਂ ਨੂੰ ਜਗ੍ਹਾ ਮਿਲੀ ਜੀ। ਬੰਦਾ ਉਦਮ ਤੇ ਕਰੇ ਜੀ। ਹਾਂਜੀ, ਢੇਰੀਆਂ ਬੰਦਾ ਪੱਕੀਆਂ ਮਨ 'ਚ ਕਰਕੇ ਬੈਠਾ ਹੈ, ਮੈਂ ਆਹ ਵੀ ਕਰਨਾ ਹੈ, ਮੈਂ ਆਹ ਵੀ ਕਰਨਾ ਹੈ। ਤੇ ਮਹਾਰਾਜ ਦੀ ਬਾਣੀ ਕਹਿੰਦੀ ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਬਸ ਜਨਮ ਹੀ ਵਿਅਰਥ ਹੋ ਗਿਆ ਜੀ। ਹਾਂਜੀ, ਮੇਰੀ ਮੇਰੀ ਕਰਦਿਆਂ ਜਨਮ ਹੀ ਵਿਅਰਥ ਹੋ ਗਿਆ ਜੀ। ਇਹਨਾਂ ਨੇ ਜਨਮ ਸਵਾਰ ਲਿਆ ਆਪਣਾ ਜੀ। ਇਮ ਤੁਮਰੀ ਵੀ ਹੋਏ ਕਲਿਆਣ, ਇਮ ਸਿੱਖਣ ਦੇ ਕੁਟੰਬ ਮਹਾਨ। ਮਰਨ ਲੱਗਿਆ ਆਪਣੇ ਪਰਿਵਾਰ ਨੂੰ ਸੱਦ ਕੇ ਉਹਨਾਂ ਸਿੱਖਿਆ ਦਿੱਤੀ, ਅਸੀਂ ਤੇ ਜ਼ਿੰਦਗੀ ਦੀ ਬਾਜੀ ਜਿੱਤ ਕੇ ਚੱਲੇ ਆ, ਤੁਸੀਂ ਵੀ ਇਹ ਕੰਮ ਕਰੋ, ਤੁਹਾਡਾ ਵੀ ਭਲਾ ਹੋਏਗਾ। ਕਰਨ ਲੱਗੇ ਗੁਰ ਸੇਵਕ ਨੇਰੀ, ਪ੍ਰਾਪਤ ਮੁਕਤ ਅੰਤ ਕੀ ਬੇਰੀ। ਗੁਰੂ ਸਾਹਿਬ ਜੀ ਦੀ ਸੇਵਾ ਉਹ ਤਿੰਨੋਂ ਸਿੱਖ ਬੜੀ ਰੀਝ ਨਾਲ ਕਰਨ ਲੱਗੇ ਤੇ ਅੰਤਮ ਸਮੇਂ ਮੁਕਤ ਹੋਏ ਜੀ। ਫਿਰ ਉਹ ਮੁਕਤ ਹੋਏ ਜੀ। ਹਾਂਜੀ, ਬੰਦਾ ਸਾਧ ਸੰਗਤ ਜੀ ਬੜੀਆਂ ਬੜੀਆਂ ਢੇਰੀਆਂ ਮਨ 'ਚ ਪੱਕੀਆਂ ਕਰਕੇ ਬੈਠਾ ਹੈ। ਮੈਂ ਬਿਲਕੁਲ ਤੁਹਾਨੂੰ ਸੱਚੀ ਘਟਨਾ ਦੱਸਾਂਗਾ ਜੀ, ਬਹੁਤੀ ਪੁਰਾਣੀ ਨਹੀਂ ਹੈ। ਡੇਰਾ ਕਰਤਾਰਪੁਰ ਚੋਲਾ ਸਾਹਿਬ ਇੱਥੋਂ ਤਰਨ ਤਾਰਨ ਤੋਂ ਅੱਗੇ ਹੈ ਜੀ। ਉੱਥੇ ਗੁਰਮੁਖ ਪਿਆਰੇ ਹੋਏ ਆ ਬਾਬਾ ਧਿਆਨ ਸਿੰਘ ਜੀ। ਫੌਜ ਵਿੱਚੋਂ ਆਏ ਸਨ। ਸਵੇਰੇ 5 ਵਜੇ ਘਰੋਂ ਉਹਨਾਂ ਨੇ ਜਾਣਾ, ਸ਼ਾਮ ਨੂੰ 5 ਵਜੇ ਵਾਪਸ ਆਉਣਾ, ਨਾਮ ਜਪਦੇ ਰਹਿਣਾ ਜੀ। ਜਿਹੜੇ ਕਈ ਫੌਜ 'ਚੋਂ ਰਿਟਾਇਰ ਹੋ ਜਾਂਦੇ, ਉਹ ਹੋਰ ਨੌਕਰੀ ਲੱਭਦੇ ਆ ਵੀ ਹੋਰ ਨੌਕਰੀ ਕਰ ਲਈਏ, ਉਹਨਾਂ ਨਹੀਂ ਲੱਭੀ ਜੀ। ਉਹਨਾਂ ਨਾਮ ਜਪਿਆ ਜੀ। ਸਵੇਰੇ 5 ਵਜੇ ਚੌਂਕੜਾ ਮਾਰਨਾ, ਵਾਹਿਗੁਰੂ 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 ਵਾਹਿਗੁਰੂ, ਤੇ ਸ਼ਾਮੀ 5 ਵਜੇ ਖੋਲ੍ਹਣਾ ਤੇ ਘਰ ਆਉਣਾ ਜੀ। 12 ਘੰਟੇ ਲਗਾਤਾਰ ਜੀ।
ਉਹਨਾਂ ਦਾ ਪੁੱਤ ਜੀ ਜਵਾਨ 27 ਸਾਲਾਂ ਦਾ, ਪੁੱਤ ਵੀ ਨਾਮ ਜਪਣ ਵਾਲਾ ਸੀ। ਪੁੱਤ ਕਹਿੰਦਾ ਪਿਤਾ ਜੀ ਅੱਜ ਇਉਂ ਲੱਗਦਾ ਜਿਵੇਂ ਮੈਂ ਮਰ ਜਾਣਾ। ਕਹਿਣ ਲੱਗਾ ਮੈਨੂੰ ਇੰਝ ਲੱਗਦਾ। ਕਹਿੰਦੇ ਪੁੱਤ ਤੈਨੂੰ ਲੱਗਦਾ ਤੇ ਸਾਨੂੰ ਪੱਕਾ ਪਤਾ ਹੈ 12 ਵਜੇ ਅੱਜ ਤੂੰ ਸਰੀਰ ਛੱਡਣਾ ਹੀ ਦੁਪਹਿਰੇ। ਤੂੰ 12 ਵਜੇ ਸਰੀਰ ਛੱਡ ਦੇਣਾ। ਤੇ ਕਹਿਣ ਲੱਗਾ ਫਿਰ ਪਿਤਾ ਜੀ ਅੱਜ ਘਰ ਹੀ ਰਹੋ। ਕਹਿੰਦੇ ਗੱਲ ਸੁਣਾ, ਤੂੰ ਬੰਦੇ ਜਿਉਂਦੇ ਜਾਗਦੇ ਤੁਸੀਂ ਜਾ ਕੇ ਪੁੱਛ ਸਕਦੇ ਹੋ। ਕਹਿੰਦੇ 12 ਵਜੇ ਤੂੰ ਸਰੀਰ ਛੱਡਣਾ, 4 ਵਜੇ ਤੱਕ ਪਿੰਡ ਇਕੱਠਾ ਹੋਏਗਾ, ਤੇਰੇ ਸਰੀਰ ਨੂੰ ਨਵਾਏਗਾ ਧਵਾਏਗਾ, 5 ਵਜੇ ਮੜੀਆਂ ਵਿੱਚ ਲੈ ਕੇ ਆ ਜਾਣਾ। ਪੁੱਤ ਨਾਮ ਜਪਣ 'ਚ ਵਿਘਨ ਨਾ ਪਾ, ਮੈਂ 5 ਵਜੇ ਸਿੱਧਾ ਉੱਥੇ ਹੀ ਆ ਜਾਵਾਂਗਾ। ਸਰੀਰ ਛੱਡਣਾ ਨਾ ਆਮ ਜੀ ਗੱਲ ਬਣਾਈ ਜੀ ਹੈਂ। ਨਾਮ ਜਪਣ 'ਚ ਵਿਘਨ ਨਾ ਪਾ, ਇਸ ਕੰਮ 'ਚ ਵਿਘਨ ਮਾੜਾ ਕਹਿਣ ਲੱਗੇ। ਪਿਆਰਿਓ ਇਹਦੇ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈਗਾ ਜੀ, ਨਿਤਨੇਮ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੈਗਾ ਸਾਡਾ ਜੀ। ਜਿਹੜੇ ਗੁਰਮੁਖ ਨੇ ਉਹਨਾਂ ਆਪਣੀ ਜ਼ਿੰਦਗੀ ਦਾ ਟਾਈਮ ਬੰਨਿਆ, ਇੰਨੇ ਵਜੇ ਤੋਂ ਪਹਿਲਾਂ ਇੰਨੀ ਬਾਣੀ ਪੜ੍ਹਨੀ ਜੀ। ਦੁਪਹਿਰ ਦਾ ਵੱਖਰਾ ਨੇਮ ਹੈ ਜੀ, ਰਾਤ ਨੂੰ ਸੌਣ ਤੋਂ ਪਹਿਲਾਂ ਇੰਨੀ ਬਾਣੀ ਪੜ੍ਹਨੀ ਹੈ। ਹਾਂਜੀ, ਉਹਨਾਂ ਦੇ ਨੇਮ ਪੱਕੇ ਨੇ ਜੀ। ਉਹ ਬਾਬਾ ਜੀ ਕਹਿਣ ਲੱਗੇ, ਕਹਿੰਦੇ ਮਨ ਗੱਲ ਹੈ। ਪੁੱਤ ਨੇ ਕਿਹਾ ਕੁਝ ਨਹੀਂ ਜੀ। 12 ਵਜੇ ਉਹਦਾ ਸਰੀਰ ਛੁੱਟਿਆ ਜੀ, 4 ਵਜੇ ਤੱਕ ਪਿੰਡ ਵਾਲੇ ਇਕੱਠੇ ਹੋ ਗਏ। ਨਵਾ ਕੇ ਜਦੋਂ ਮੜੀਆਂ 'ਚ ਪਹੁੰਚੇ 5 ਵੱਜ ਗਏ ਸੀ। 5 ਵਜੇ ਉਹ ਨਾਮ ਜਪ ਕੇ ਆਏ, ਸੰਸਕਾਰ ਕਰ ਦਿੱਤਾ ਜੀ ਉਹਦਾ ਜੀ। ਕੱਲਾ ਕੱਲਾ ਪੁੱਤ ਸੀਗਾ ਜੀ ਉਹਨਾਂ ਦਾ। ਕਿੰਨੀ ਵੱਡੀ ਨਾਮ ਜਪ ਕੇ ਬੰਦੇ ਦੀ ਅਵਸਥਾ ਬਣ ਜਾਂਦੀ ਜੀ। ਪੁੱਤ ਵੀ ਛੋਟੀ ਅਵਸਥਾ ਦਾ ਨਹੀਂ ਸੀਗਾ ਜੀ, ਉਹਨੂੰ ਵੀ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਜੀ। ਸੋ ਇਹਨਾਂ ਤਿੰਨਾਂ ਸਿੱਖਾਂ ਨੇ ਨਾ ਜੀ ਆਪ ਵੀ ਗੁਰੂ ਦੀ ਸਿੱਖੀ ਕਮਾਈ, ਆਪਣੇ ਬੱਚਿਆਂ ਨੂੰ ਵੀ ਤੋਰਿਆ ਜੀ। ਆਖੋ ਧੰਨ ਭਾਈ ਪਦਾਰਥ ਜੀ, ਧੰਨ ਭਾਈ ਪਦਾਰਥ, ਧੰਨ ਭਾਈ ਤਾਰੂ ਜੀ, ਧੰਨ ਭਾਈ ਤਾਰੂ, ਧੰਨ ਭਾਈ ਭਾਰੂ ਜੀ, ਧੰਨ ਭਾਈ ਭਾਰੂ ਜੀ। ਇਹੋ ਜਿਹੇ ਵੀ ਪ੍ਰੇਮੀ ਸਨ, ਬੜਾ ਸਾਂਭ ਉਹਨਾਂ ਨੂੰ ਰੱਖਿਆ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਦਾ ਪਿਆਰ ਸੀ, ਜਿਹੜੇ ਦਰਸ਼ਨ ਕਰਦੇ ਸਨ, ਉਹਨਾਂ ਦਾ ਤੇ ਜੀਵਨ ਹੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਸਨ ਜੀ। ਸੋ ਮਹਾਰਾਜ ਜੀ ਦਾ ਜੋਤੀ ਜੋਤ ਹੈ। ਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਹੈ। ਮਹਾਰਾਜ ਪਹਿਲੇ ਦਿਨ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਬਹੁਤ ਸਾਰੇ ਈਰਖਾਲੂ ਨਿੰਦਕ ਵੀ ਆਏ ਤੇ ਸ਼ਰਧਾਲੂ ਵੀ ਆਏ ਜੀ, ਵੀ ਛੋਟੀ ਜਿਹੀ ਉਮਰ ਦਾ ਗੁਰੂ ਵੇਖੀਏ ਕਿਹੋ ਜਿਹਾ ਲੱਗਦਾ ਜੀ। ਪਰ ਜਦੋਂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਦਰਸ਼ਨ ਕੀਤੇ ਹੈਰਾਨ ਹੀ ਹੋ ਗਏ ਸਾਰੇ ਜੀ। ਮਹਾਰਾਜ ਕਿਰਪਾ ਕਰਨ, ਜਪੋ ਵਾਹਿਗੁਰੂ ਵਾਹਿਗੁਰੂ ਫਿਰ ਖਿਮਾ ਮੰਗੀਏ, ਕੋਈ ਰਸਨਾ ਵਾਂਝੀ ਨਾ ਰਹੇ, ਲੱਖ ਸਿੱਧੇ ਕਰੋ। ਤੁਸੀਂ ਸੁਣਿਆ ਨਾ ਬਾਬਾ ਧਿਆਨ ਸਿੰਘ ਜੀ ਦਾ, ਕਿੰਨੀ ਇਹ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ ਜੀ, 50-60 ਸਾਲ ਹੀ ਹੋਏ ਜੀ ਅਜੇ ਸਾਰੇ। ਹਾਂਜੀ, ਕਿੰਨੀ ਮਹਾਨ ਅਵਸਥਾ ਜੀ ਉਹਨਾਂ ਦੀ ਜੀ। ਸਵੇਰੇ 5 ਵਜੇ ਬਹਿ ਜਾਣਾ ਤੇ ਸ਼ਾਮ ਨੂੰ 5 ਵਜੇ ਚੌਂਕੜਾ ਖੋਲਣਾ ਜੀ। ਮਹਾਰਾਜ ਕਿਰਪਾ ਕਰਨ, ਸਾਨੂੰ 5 ਮਿੰਟ ਦਾ ਹੀ ਚੌਂਕੜਾ ਦੇ ਦੇਣ ਜੀ, ਇਹ ਵੀ ਵੱਡੀ ਗੱਲ ਹੈ ਜੀ। ਜਪੋ ਵਾਹਿਗੁਰੂ ਵਾਹਿਗੁਰੂ ਫਿਰ ਖਿਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਨਾਮ ਜਪਣ ਦਾ ਬਲ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।